ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ, ਉਹਨਾਂ ਬਾਰੇ ਗੱਲਬਾਤ ਕਰਨ ਦੇ ਲਈ। ਸਭ ਤੋਂ ਪਹਿਲੀ ਗੱਲਬਾਤ ਕਰਨੀ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਜਸਟਿਨ ਟਰੂਡੋ ਦੇ ਉੱਤੇ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਕਿ ਜਿਹੜੀ ਫੋਰਨ ਇੰਟਰਫੀਅਰੈਂਸ ਆ ਕੈਨੇਡਾ ਦੇ ਵਿੱਚ, ਉਹਦੀ ਜਾਂਚ ਕਰਾਈ ਜਾਵੇ। ਜਾਂਚ ਦੀ ਗੱਲਬਾਤ ਹੋਈ ਆ। ਕੀਟਨਾਸ਼ਕਾਂ ਦੀ ਵਰਤੋਂ ਸੰਬੰਧੀ ਮੰਗ ਕੀਤੀ ਜਾ ਰਹੀ ਹੈ ਵੀ ਜਿੱਦਾਂ ਦੁਨੀਆ ਦੇ ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਵਾਲਾ ਹਾਲ ਕੈਨੇਡਾ ਦਾ ਨਾ ਹੋ ਜਾਵੇ, ਕੀਟਨਾਸ਼ਕ ਹਿਸਾਬ ਨਾਲ ਵਰਤੋ। BC ਦੇ ਵਿੱਚ ਨਸ਼ੇ ਦੇ ਨਾਲ ਮੌਤਾਂ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਨਵੀਂ ਰਿਪੋਰਟ ਆਈ ਹੈ, ਕੈਨੇਡਾ ਦੇ ਜਿਹੜੇ ਵੱਡੇ ਬੈਂਕ ਆ ਉਹਨਾਂ ਨੇ ਕਰਜ਼ੇ ਦੇ ਡਿਫਾਲਟਰਾਂ ਲਈ ਕਹਿੰਦੇ $2.5 ਬਿਲੀਅਨ ਵੱਖਰਾ ਰੱਖ ਲਿਆ ਕਿਉਂਕਿ ਲੋਕਾਂ ਕੋਲੋਂ ਕਿਸ਼ਤਾਂ ਮੁੜ ਨਹੀਂ ਰਹੀਆਂ ਇਸ ਵੇਲੇ। ਫੇਸ ਬਲਾਈਂਡਨੈਸ ਨਾਂ ਦੀ ਜਿਹੜੀ ਫੇਸ ਬਲਾਈਂਡਨੈਸ ਨਾਂ ਦੀ ਇੱਕ ਬਿਮਾਰੀ ਆ, ਉਹ ਜਿੰਨਾ ਅੰਦਾਜ਼ਾ ਲਾਉਂਦੇ ਸੀ ਕਿ ਹੈਗੀ ਆ, ਉਹਦੇ ਤੋਂ ਕਿਤੇ ਜ਼ਿਆਦਾ ਨਿਕਲੀ ਆ। BC ਦੇ ਹਸਪਤਾਲਾਂ ਦਾ ਜਿਹੜਾ ਮਾਡਰਨਾਈਜੇਸ਼ਨ, ਆਧੁਨਿਕ ਕੀ ਕਰਨਾ, ਉਹਦੀ ਸਮੱਸਿਆ ਆ ਰਹੀ ਹੈ। ਇੱਕ ਐਪ ਦੇ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਇੱਥੇ। ਅਤੇ ਇੱਕ ਗੱਲਬਾਤ ਕੰਜ਼ਰਵਟਿਵ ਪਾਰਟੀ ਬਾਰੇ, ਜਿਹੜੀ ਸੱਜੇ ਪੱਖੀ ਇੱਕ ਜਰਮਨ ਦੀ ਨੇਤਾ ਇੱਥੇ ਮਿਲਣ ਆਈ ਸੀ, ਉਹ ਮਾਮਲਾ ਫਿਰ ਚਰਚਾ ਦੇ ਵਿੱਚ ਆ। ਅਤੇ ਬੱਚਿਆਂ ਨੂੰ ਸੈਕਸ ਟਰੈਫਿਕਿੰਗ ਤੋਂ ਬਚਾਉਣ ਦੇ ਲਈ ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ। ਇਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ ਜਿਹੜੀ ਜਸਟਿਨ ਟਰੂਡੋ ਹੋਣਾ ਬਾਰੇ, ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ, ਜਿਹਦੇ ਵਿੱਚ ਕੰਜ਼ਰਵੇਟਿਵ, NDP, ਸਾਰਿਆਂ ਵੱਲੋਂ ਦਬਾਅ ਪੈ ਰਿਹਾ ਕਿ ਜਿਹੜੀ ਫੋਰਨ ਇੰਟਰਫੀਅਰੈਂਸ ਹੈ ਇਹਦੀ ਜਾਂਚ ਕਰਾਈ ਜਾਵੇ, ਵੀ ਪਤਾ ਕੀਤਾ ਜਾਵੇ ਵੀ ਕਿ ਕਿੰਨੀ ਕੁ ਫੋਰਨ ਇੰਟਰਫੀਅਰੈਂਸ ਕੈਨੇਡਾ ਦੇ ਵਿੱਚ ਹੈਗੀ ਆ। ਕੈਨੇਡਾ ਦੇ ਵਿੱਚ ਇਹ ਗੱਲਬਾਤ ਸਾਹਮਣੇ ਆਈ ਸੀ ਕਿ ਸਿੱਧੇ ਰੂਪ ਦੇ ਵਿੱਚ ਜਿਹੜੀ ਗੱਲ ਕਹੀ ਗਈ ਸੀ ਕਿ ਚੀਨ ਨੇ ਸਿੱਧੀ ਵੋਟਾਂ ਦੇ ਵਿੱਚ, ਪਿਛਲੀਆਂ ਵੋਟਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ। ਦਖਲਅੰਦਾਜ਼ੀ ਇਸ ਤਰ੍ਹਾਂ ਕੀਤੀ ਆ ਕਿ ਜਿਹੜੇ ਉਹਨਾਂ ਦੇ ਮਤਲਬ ਦੇ ਬੰਦੇ ਸੀ ਉਹਨਾਂ ਨੇ ਜਿਤਾਇਆ, ਫੰਡਿੰਗ ਦਿੱਤੀ, ਸਾਰਾ ਕੁਝ ਕੀਤਾ, ਅਤੇ ਜਿਹੜੇ ਉਹਨਾਂ ਨੂੰ ਨਹੀਂ ਚਾਹੀਦੇ ਸੀ ਉਹਨਾਂ ਨੇ ਹਰਾਇਆ। ਈਵਨ ਰਾਈਡਿੰਗਸ ਦੇ ਨਾਂ ਵੀ ਸਾਹਮਣੇ ਆ ਗਏ ਆ। ਇੱਥੇ ਜਿਹੜੇ ਰਿਚਮੰਡ ਵਾਲੀ ਆ, ਇੱਕ ਇਹਦੀ ਰਾਈਡਿੰਗ ਵੀ ਸਾਹਮਣੇ ਆਉਂਦੀ ਆ। ਅਤੇ ਉਹ ਵੀ ਇੱਥੇ ਸਿੱਧੀ ਇੰਟਰਫੀਅਰੈਂਸ ਹੋਈ ਆ। ਜਾਂ ਇੱਥੋਂ ਤੱਕ ਕਿ ਪਹਿਲਾਂ ਇਹ ਵੀ ਗੱਲਬਾਤ ਚੱਲਦੀ ਆ ਕਿ ਕੈਨੇਡਾ ਦੇ ਵਿੱਚ ਅਮਰੀਕਾ ਦੇ ਥਾਣੇ ਦੇ, ਚਾਈਨਾ ਦੇ ਥਾਣੇ ਆ, ਪੁਲਿਸ ਸਟੇਸ਼ਨਸ ਆ। ਹੁਣ ਕੀ ਫੋਰਨ ਇੰਟਰਫੀਅਰੈਂਸ ਹੋਈ ਆ? ਜੇ ਹੋਈ ਆ ਤਾਂ ਇਹਦਾ ਪਤਾ ਕਿੱਦਾਂ ਲੱਗ ਗਿਆ ਅਤੇ ਇਹਦੀ ਇਨਕੁਆਇਰੀ ਕਿਉਂ ਨਹੀਂ ਹੋ ਰਹੀ? ਜਿਹੜੇ ਇੱਥੋਂ ਇੱਕ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਵੀ ਦੱਸਿਆ, ਜਿਹੜੇ ਕੰਜ਼ਰਵੇਟਿਵ ਪਾਰਟੀ ਦੇ, ਕਿ ਚੀਨ ਨੇ ਕੰਜ਼ਰਵੇਟਿਵ ਦੇ ਬੰਦਿਆਂ ਨੂੰ ਹਰਾਉਣ ਦੇ ਲਈ ਯਤਨ ਕੀਤੇ ਆ ਅਤੇ ਲਿਬਰਲ ਨੂੰ ਜਿਤਾਉਣ ਦੇ ਲਈ ਯਤਨ ਕੀਤੇ ਆ। ਅਤੇ ਇਸ ਕਰਕੇ, ਕਿਉਂਕਿ ਉਹ ਸਿੱਧੇ ਰੂਪ ਦੇ ਵਿੱਚ ਲਿਬਰਲ ਦੇ ਗੱਲ ਹੱਕ 'ਚ ਗਈ ਹੈ, ਇਸ ਕਰਕੇ ਜਸਟਿਨ ਟਰੂਡੋ ਉਹਦੀ ਉੱਦਾਂ ਦੀ ਇਨਕੁਆਇਰੀ ਨਹੀਂ ਕਰਾ ਰਹੇ ਜਿੱਦਾਂ ਦੀ ਕਰਾਉਣੀ ਚਾਹੀਦੀ ਹੈ। ਅਤੇ ਵਿਰੋਧੀ ਪਾਰਟੀ ਕਹਿੰਦੀ ਹੈ ਵੀ ਇਨਕੁਆਇਰੀ ਇਹਦੀ ਕਰਾਓ ਔਰ ਚੰਗੀ ਤਰ੍ਹਾਂ ਕਰਵਾਓ, ਇਹਦੇ ਵਿੱਚ ਕਿ ਜਿਹੜਾ ਕੁਛ ਨਾ ਕੁਛ ਪਤਾ ਲੱਗੇ। ਹੁਣ ਜਿਹੜਾ ਇਹ ਇਨੀਸ਼ੀਏਟਿਵ ਜਸਟਿਨ ਟਰੂਡੋ ਉਹਨਾਂ ਨੇ ਲਿਆ ਆ, ਉਹਦੇ ਵਿੱਚ ਉਹਨਾਂ ਨੇ ਅਨਾਊਂਸ ਕੀਤਾ ਆ ਕਿ 2 ਫੈਡਰਲ ਓਵਰਸਾਈਟ ਬੋਡੀਜ਼ ਨੇ ਇਹਦੀਆਂ, ਇੱਕ ਜਿਹਦੇ ਵਿੱਚ ਪਾਰਲੀਮੈਂਟੇਰੀਅਨਸ ਨੇ ਅਤੇ ਦੂਜੀ ਜਿਹੜੀ ਜਿਹਦੇ ਵਿੱਚ ਸਿਵਲ ਸੁਸਾਇਟੀ ਦੇ ਐਕਸਪਰਟਸ ਨੇ। ਅਤੇ ਇਸੇ ਤਰ੍ਹਾਂ ਹੀ ਇੱਕ ਜਿਹੜੇ ਫਾਰਮਰ ਪਬਲਿਕ ਸਰਵੈਂਟ ਆ, ਕੋ ਮਾਨਯੋਗ ਬੰਦਾ ਜਿਹੜਾ, ਉਹਨੂੰ ਇਹਦੇ ਉੱਤੇ ਲਾਇਆ ਗਿਆ ਕਿ ਜਿਹੜੀ ਇਹ ਰਿਪੋਰਟ ਆ ਪਾਰਲੀਮੈਂਟ ਨੂੰ ਵਾਪਸ ਦੇਵੇ ਅਤੇ ਇਹਦੇ ਉੱਤੇ ਦੱਸੇ ਕਿ ਜਿਹੜੀ ਫੋਰਨ ਜਿਹੜੀ ਇੱਥੇ ਹੋਈ ਆ ਇੰਟਰਫੀਅਰੈਂਸ ਕੈਨੇਡੀਅਨ ਇਲੈਕਸ਼ਨ ਦੇ ਵਿੱਚ, ਜਾਂ ਜਿਹੜੀ ਇੰਟੈਲੀਜੈਂਸ ਕਮਿਊਨਿਟੀ ਆ ਉਹਦੀ ਕਪੈਸਿਟੀ ਕੀ ਹੈ ਇਹਨੂੰ ਸਾਰੇ ਕੁਛ ਨੂੰ ਕਰਨ ਦੇ ਲਈ, ਵੀ ਉਹ ਇਹ ਦੱਸਿਆ ਜਾਵੇ। ਇਹ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਕਿ ਜਿਹੜੀ ਇੰਡੀਪੈਂਡੈਂਟ ਸਪੈਸ਼ਲ ਰੈਪਟਰ ਆ ਉਹ ਲਾਏ ਜਾਣਗੇ ਇਹਦੀ ਐਕਸੈਸ ਦੇ ਲਈ, ਕਿ ਜਿੰਨੀ ਇਨਫੋਰਮੇਸ਼ਨ ਹੈਗੀ ਆ, ਜਾਂ ਓਵਰਆਲ ਨੈਸ਼ਨਲ ਸਿਕਿਉਰਿਟੀ ਦਾ ਲੈਂਡਸਕੇਪ ਕੀ ਆ, ਇਹਦੀਆਂ ਰੈਕਮੈਂਡੇਸ਼ਨ ਕੀ ਆ, ਇਹ ਸਾਰੇ ਦੇ ਉੱਤੇ ਗੱਲਬਾਤ ਕੀਤੀ ਜਾਊਗੀ ਅਤੇ ਪਤਾ ਕੀਤਾ ਜਾਊਗਾ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਵਿਰੋਧੀ ਆ, ਉਹ ਕਹਿੰਦੇ ਵੀ ਸਾਡੀ ਇਹਦੇ ਨਾਲ ਤਸੱਲੀ ਨਹੀਂ, ਸਾਨੂੰ ਜਿਹੜੀ ਚੰਗੀ ਤਰ੍ਹਾਂ ਇਨਕੁਆਇਰੀ ਚਾਹੀਦੀ ਹੈ। ਪੀਅਰ ਪੋਲੀਏਵ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਸ਼ੱਕ ਕੀਤੀ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਪੁਆਇੰਟ ਹੀ ਕਹਿ ਰਿਹਾ ਇੱਕ ਬੰਦਾ ਲਾਵਾਂਗੇ ਅਸੀਂ ਇਹਦੀ ਜਾਂਚ ਕਰਨ ਦੇ ਲਈ, ਉਹ ਇੰਡੀਪੈਂਡੈਂਟ ਹੋਊਗਾ, ਕਿ ਉਹ ਕਿਤੇ ਇੱਦਾਂ ਤਾਂ ਨਹੀਂ ਵੀ ਲਿਬਰਲ ਵਾਲਿਆਂ ਦਾ ਆਪਣਾ ਹੀ ਕੋਈ ਬੰਦਾ ਹੋਵੇ ਜਿਹੜਾ ਇਹ ਲਾ ਦੇਣ ਅਤੇ ਆਪਣੇ ਹਿਸਾਬ ਦੀ ਇਨਕੁਆਇਰੀ ਕਰਾ ਕੇ ਸਾਹਮਣੇ ਲੈਣ। ਉਹਨਾਂ ਨੇ ਜਿਹੜੀ ਪ੍ਰਾਈਮ ਮਿਨਿਸਟਰ ਨੇ ਰਿਜੈਕਟ ਕੀਤਾ ਆ ਇਹ, ਔਰ ਇਹਦੇ ਉੱਤੇ ਸ਼ੱਕ ਪ੍ਰਗਟ ਕੀਤੀ ਆ ਵੀ ਇਹ ਕੀ ਕਰਦੇ ਆ। ਔਰ ਜਿਹੜੀ ਕਲੀਅਰ ਕੱਟ ਉਹਨਾਂ ਨੇ ਇਹ ਗੱਲਬਾਤ ਕਹੀ ਆ, ਉਹ ਕਹਿੰਦੇ ਵੀ ਸਾਨੂੰ ਇੱਕ ਜਿਹੜੀ ਪਬਲਿਕ ਇਨਕੁਆਇਰੀ ਆ ਉਹ ਇਸ ਵੇਲੇ ਚਾਹੀਦੀ ਹੈ। ਉਹ ਕਹਿੰਦੇ ਸਾਡੀ ਪੋਜੀਸ਼ਨ ਕੋਈ ਵੀ ਚੇਂਜ ਨਹੀਂ ਹੁੰਦੀ ਕਿਸੇ ਵੀ ਨਾਂ ਦੇ ਹਿਸਾਬ ਦੇ ਨਾਲ, ਪਰ ਜਿਹੜਾ ਪ੍ਰੋਸੀਜਰ ਆ ਐਂਡ ਹਾਊਸ ਅਫੇਅਰ ਕਮੇਟੀ ਆ, PROC, ਉਹਨਾਂ ਦੇ ਕੰਜ਼ਰਵੇਟਿਵ MP ਮਿਸ਼ੇਲ ਕੂਪਰ, ਉਹਨਾਂ ਨੇ ਇਹ ਜਿਹੜੀ ਕਿਹਾ ਆ ਕਿ ਜਿਹੜੀ
ਜਸਟਿਨ ਟਰੂਡੋ ਜਿਹੜੀ ਗੱਲਬਾਤ ਕਹਿ ਰਹੇ ਆ ਉਹਦੇ ਉੱਤੇ ਉਹਨੂੰ ਕਿਸ ਤਰੀਕੇ ਦੇ ਨਾਲ ਫਰਦਰ ਐਕਸਪੈਂਡ ਕੀਤਾ ਜਾਣਾ ਹੈ। ਕੰਜ਼ਰਵੇਟਿਵ ਇਸ ਮਾਮਲੇ ਦੇ ਵਿੱਚ ਚਾਹੁੰਦੇ ਆ ਕਿ ਇੱਕ ਓਪਨ ਪਬਲਿਕ ਇਨਕੁਆਇਰੀ ਹੋਵੇ, ਇਹਦੇ 'ਚ ਕੁਛ ਵੀ ਲੁਕਿਆ ਨਾ ਹੋਵੇ। ਇਹ ਬੀਜਿੰਗ ਨੇ ਜਿਹੜੀ ਇੰਟਰਫੀਅਰੈਂਸ ਇਲੈਕਸ਼ਨ ਦੇ ਵਿੱਚ ਕੀਤੀ ਆ ਉਹਦੇ ਐਨ ਮੁੱਢ ਤੱਕ ਜਾ ਕੇ ਪਤਾ ਲੱਗੇ ਵੀ ਅਸਲ ਦੇ ਵਿੱਚ ਹੈ ਕੀ ਹੈ। ਹੁਣ ਇਹ ਕਿੰਨੀ ਕੁ ਦੂਜਾ ਇਹ ਆ ਕਿ ਜਿਹੜੀ ਇੰਟੈਲੀਜੈਂਸ ਅਫੀਸ਼ੀਅਲ ਤੋਂ ਚੀਜ਼ ਲੀਕ ਹੋਈ ਆ ਜਾਂ ਇੱਕ ਨਿਊਜ਼ਪੇਪਰ ਨੇ ਜਿਹੜੀ ਕੀਤੀ ਸੀ ਉਹਦੀ ਇਨਵੈਸਟੀਗੇਸ਼ਨ ਵੀ ਹੋਣੀ ਚਾਹੀਦੀ ਹੈ ਕਿ ਜੇਕਰ ਕੈਨੇਡਾ ਦੀ ਟੌਪ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਇੱਕ ਸੀਕਰਟ ਇਨਫੋਰਮੇਸ਼ਨ ਰੱਖਦੀਆਂ ਕਿ ਫਲਾਣੇ ਦੇਸ਼ ਨੇ ਸਾਡੇ ਵਿੱਚ ਇੰਟਰਫੀਅਰੈਂਸ ਕੀਤੀ ਆ, ਤਾਂ ਉਹ ਜਿਹੜੀ ਉਹਨਾਂ ਦੀ ਜਿਹੜੀ ਰਿਪੋਰਟ ਸੀਗੀ ਇੰਟੈਲੀਜੈਂਸ ਏਜੰਸੀਜ਼ ਦੀ ਉਹ ਬਾਹਰ ਕਿੱਦਾਂ ਆ ਗਈ। ਸੋ ਇਸ ਗੱਲਬਾਤ ਦੇ ਉੱਤੇ ਵੀ ਇਸ ਵੇਲੇ ਰੌਲਾ ਰੱਪਾ ਪਿਆ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹਦਾ ਫੈਸਲਾ ਕੀਤਾ ਜਾਣਾ ਚਾਹੀਦਾ ਆ। NDP ਉਹ ਵੀ ਇਹੀ ਕਹਿੰਦੇ ਆ ਕਿ ਪਬਲਿਕ ਇਨਕੁਆਇਰੀ ਬੈਸਟ ਹੋਊਗੀ ਇਹਦੇ ਲਈ, ਉਹ ਸਾਰਾ ਕੁਝ ਪਤਾ ਲੱਗੇ ਸਾਨੂੰ ਕਿ ਸਾਡੇ ਕੋਲ ਜਿਹੜਾ ਸੀਸਸ ਵੱਲੋਂ ਜੋ ਕੁਛ ਆਇਆ ਆ ਕਿ ਇਹ ਬਹੁਤ ਜ਼ਿਆਦਾ ਸੀਰੀਅਸ ਆ, ਇਹਨੂੰ ਸਿੱਧਾ ਸੌਖਿਆ ਨਹੀਂ ਲੈਣਾ ਚਾਹੀਦਾ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਸਿਸਟਮ ਦੇ ਵਿੱਚ ਟਰਸਟ ਕਰਦੇ ਆ ਅਤੇ ਅਸੀਂ ਇਹਨੂੰ ਜਿਹੜਾ ਵੀ ਕੋਈ ਕੁਐਸਚਨ ਹੈਗਾ ਇਹਨੂੰ ਐਡਰੈਸ ਕੀਤਾ ਜਾਣਾ ਚਾਹੀਦਾ। ਸੋ ਲਿਬਰਲ MP ਨੇ ਉਹਨਾਂ ਨੇ ਵੀ ਕਿਹਾ ਹੈ ਕਿ ਇਹਦੇ 'ਤੇ ਤੁਸੀਂ ਜਿਹੜੀ ਪੋਲੀਟੀਕਲ ਗੇਮ ਨਾ ਖੇਡੀ ਜਾਵੇ ਅਤੇ ਜਿਹੜੀ ਇੱਥੇ ਜਿਹੜਾ ਮਤਲਬ ਅਮੈਰੀਕਨ ਸਟਾਈਲ ਇੱਕ ਜਿਹੜਾ ਕਮੇਟੀ ਸਿਸਟਮ ਆ ਉਹ ਨਾ ਲਿਆਂਦਾ ਜਾਵੇ, ਸਗੋਂ ਇਹਦੇ ਵਿੱਚ ਇੱਕ ਜਿਹੜੀ ਜਾਂਚ ਕਰਵਾਈ ਜਾ ਰਹੀ ਆ ਉਹਦੇ ਉੱਤੇ ਭਰੋਸਾ ਕੀਤਾ ਜਾਵੇ ਤਾਂ ਇਹਦੇ ਨਾਲ ਕੋਈ ਨਾ ਕੋਈ ਗੱਲਬਾਤ ਸਾਹਮਣੇ ਆ ਰਹੀ। ਪਰ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਦੋਵਾਂ ਪਾਰਟੀਆਂ ਵੱਲੋਂ ਬਹੁਤ ਵੱਡਾ ਪ੍ਰੈਸ਼ਰ ਆ ਕਿ ਇਹਦੀ ਓਪਨ ਪਬਲਿਕ ਇਨਕੁਆਇਰੀ ਕਰਾਈ ਜਾਵੇ। ਜੋ ਕੁਛ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਅਸੀਂ ਇਸ ਤਰੀਕੇ ਨਾਲ ਜਾਂਚ ਕਰਵਾ ਰਹੇ ਹਾਂ, ਉਹਨੂੰ ਵਿਰੋਧੀ ਮੰਨਣ ਨੂੰ ਤਿਆਰ ਨਹੀਂ। ਔਰ ਇਹ ਗੱਲ ਵੀ ਬਹੁਤ ਸੰਜੀਦਾ ਆ ਕਿ ਸਿੱਧਾ ਕੋਈ ਦੂਜਾ ਦੇਸ਼ ਤੁਹਾਡੀ ਇਲੈਕਸ਼ਨ ਦੇ ਵਿੱਚ ਆਪਣੀ ਮਨ ਚਾਹੇ ਮੈਂਬਰ ਪਾਰਲੀਮੈਂਟ ਹੀ ਜਿਤਾ ਰਿਹਾ ਆ, ਅਤੇ ਇਹ ਓਪਨਲੀ ਅਖਬਾਰਾਂ ਦੇ ਵਿੱਚ ਇਲਜ਼ਾਮ ਲਾ ਰਹੇ ਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਹਾਰੇ ਹੋਏ ਮੈਂਬਰ ਪਾਰਲੀਮੈਂਟ ਆ, ਉਹ ਇਸ ਗੱਲ ਨੂੰ ਪਬਲਿਕਲੀ ਕਹਿ ਰਹੇ ਆ ਕਿ ਸਾਨੂੰ ਹਰਾਉਣ ਦੇ ਵਿੱਚ ਚੀਨ ਦਾ ਦਖਲ ਆ, ਅਤੇ ਜਿਹੜੇ ਲਿਬਰਲ ਪਾਰਟੀ ਦੇ ਬੰਦੇ ਜਿਤਾਏ ਆ ਉਹ ਚੀਨ ਨੇ ਜਿਤਾਏ ਆ। ਕਿੰਨੀ ਕੁ ਸੱਚ ਆ ਇਨਕੁਆਇਰੀ ਤੇ ਇਹਦੇ ਬਾਰੇ ਕੋਈ ਨਾ ਕੋਈ ਹੋਣੀ ਜ਼ਰੂਰ ਚਾਹੀਦੀ ਹੈ। ਪੈਸਟੀਸਾਈਡਸ ਬੜੇ ਲੰਬੇ ਸਮੇਂ ਤੋਂ ਵਰਤੇ ਜਾਂਦੇ ਆ ਫਸਲਾਂ ਦੇ ਵਿੱਚ, ਜਿਹੜੇ ਕੀੜੇ ਮਕੌੜੇ ਉਹਨਾਂ ਨੂੰ ਮਾਰਨ ਦੇ ਲਈ ਦਵਾਈਆਂ ਵਰਤੀਆਂ ਜਾਂਦੀਆਂ ਅਤੇ ਕਈ ਵਾਰੀ ਇਹ ਦਵਾਈਆਂ ਜ਼ਹਿਰੀਲੀਆਂ ਵੀ ਹੁੰਦੀਆਂ। ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦੇ ਵਿੱਚ ਅਤੇ ਡਿਵੈਲਪਡ ਕੰਟਰੀਜ਼ ਨੇ, ਮਤਲਬ ਕੈਨੇਡਾ ਵਰਗਾ ਦੇਸ਼ ਅਤੇ ਜਿਹੜੀਆਂ ਕੁਛ ਪਿਛਲੀਆਂ ਹਾਲੇ ਮਤਲਬ ਦੇਸ਼ ਨੇ, ਉਹਨਾਂ ਦੇ ਵਿੱਚ ਫਰਕ ਇਹੀ ਹੁੰਦਾ ਕਿ ਇੱਥੇ ਇਹਨਾਂ ਚੀਜ਼ਾਂ ਨੂੰ ਰੈਗੂਲੇਟ ਕੀਤਾ ਜਾਂਦਾ। ਇੱਥੇ ਲੋੜ ਤੋਂ ਜ਼ਿਆਦਾ ਤੁਸੀਂ ਦਵਾਈਆਂ ਜ਼ਹਿਰ ਨਹੀਂ ਪਾ ਸਕਦੇ ਫਸਲਾਂ ਦੇ ਉੱਤੇ ਜਿਹਦਾ ਅਲਟੀਮੇਟਲੀ ਹਿਊਮਨ ਬੀਇੰਗਸ ਨੂੰ ਨੁਕਸਾਨ ਹੋਵੇ। ਇੱਦਾਂ ਇੱਥੇ ਨਹੀਂ ਕੀਤਾ ਜਾ ਸਕਦਾ। ਰੈਗੂਲੇਸ਼ਨਸ ਬਹੁਤ ਸਖਤ ਨੇ, ਚਾਹੇ ਉਹ ਕੈਨੇਡਾ ਹੈ ਅਤੇ ਚਾਹੇ ਉਹ ਅਮਰੀਕਾ ਹੈ। ਪਰ ਫਿਰ ਵੀ ਇੱਕ ਪ੍ਰੋਫੈਸਰ ਆ UBC ਦੇ ਵਿੱਚ, ਉਹਨਾਂ ਨੇ ਜਿਹੜੀ ਇਹ ਗੱਲਬਾਤ ਦੱਸੀ ਆ, ਉਹ ਕਹਿੰਦੇ ਕਿ ਇਹ ਫੈਡਰਲ ਸਰਕਾਰ ਨੂੰ ਰੈਗੂਲੇਸ਼ਨਸ ਬਦਲਣੇ ਚਾਹੀਦੇ ਆ ਤਾਂ ਕਿ ਇਹ ਪੈਸਟੀਸਾਈਡ ਦੇ ਹਾਰਮਫੁਲ ਇਫੈਕਟ ਤੋਂ ਬਚਿਆ ਜਾ ਸਕੇ। ਮਤਲਬ ਕੀ ਆ ਕਿ ਕੈਨੇਡਾ ਦੇ ਵਿੱਚ ਵੀ ਇੱਦਾਂ ਦੇ ਖਤਰਨਾਕ ਕੈਮੀਕਲ ਵਰਤੇ ਜਾਂਦੇ ਆ ਜਿਹੜੇ ਅਲਟੀਮੇਟਲੀ ਮਨੁੱਖੀ ਸਿਹਤ ਦੇ ਲਈ ਹਾਨੀਕਾਰਕ ਨੇ, ਹਾਰਮਫੁਲ ਨੇ। ਇਹਦੇ ਉੱਤੇ ਫੈਡਰਲ ਸਰਕਾਰ ਨੂੰ ਅੱਗੇ ਆ ਕੇ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ। ਸੋ ਇੱਕ ਤਾਂ ਆਪਣੇ ਆਪ 'ਚ ਹੈਰਾਨੀ ਵਾਲੀ ਇਹ ਗੱਲ ਆ ਵੀ ਕੀ ਇੱਥੇ ਵੀ ਇੱਦਾਂ ਦੀਆਂ ਸਪਰੇਆਂ ਹੁੰਦੀਆਂ ਅਤੇ ਇੱਦਾਂ ਦੇ ਹਾਨੀਕਾਰਕ ਕੈਮੀਕਲ ਪਾਏ ਜਾਂਦੇ ਆ। ਉਹ ਕਹਿੰਦੇ ਆ ਕਿ ਫੈਡਰਲ ਸਰਕਾਰ ਇਹ ਸਾਰੇ ਕੁਛ ਨੂੰ ਦੁਬਾਰਾ ਤੋਂ ਦੇਖੇ, ਜਿਹੜੀ ਖੇਤਾਂ ਦੇ ਵਿੱਚ ਕੈਮੀਕਲ ਦੀ ਵਰਤੋਂ ਇਹਨੂੰ ਰੀਕਨਸੀਡਰ ਕਰੇ, ਤਾਂ ਕਿ ਕਿਉਂਕਿ ਜੋ ਕੁਛ ਇਹ ਕੀਤਾ ਜਾ ਰਿਹਾ ਇਹ ਹਿਊਮਨਸ ਦੇ ਲਈ ਤਾਂ ਹੋਊਗਾ ਹੀ, ਇਹ ਖਾਸ ਕਰਕੇ ਜਿਹੜੀ ਵਾਈਲਡ ਲਾਈਫ ਜਾਂ ਬੀਜ਼ ਨੇ ਉਹਨਾਂ ਦੇ ਲਈ ਬਹੁਤ ਖਤਰਨਾਕ ਆ। ਔਰ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ ਉਹਨਾਂ ਦੇ ਲਈ ਇਹ ਕੈਮੀਕਲ, ਅਤੇ ਦੂਜੀ ਜਿਹੜੀ ਵਾਈਲਡ ਲਾਈਫ ਆ ਉਹਨਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਇਹਦਾ ਮਾੜਾ ਪ੍ਰਭਾਵ ਪੈ ਰਿਹਾ। ਪੂਰੀ ਦੁਨੀਆ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਕਿ ਪੈਸਟੀਸਾਈਡ ਨੂੰ ਘਟਾਇਆ ਜਾਵੇ। ਕੈਨੇਡਾ ਨੇ ਉਸ ਸੰਧੀ ਦੇ ਉੱਤੇ ਸਾਈਨ ਕੀਤੇ ਆ ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ 2030 ਤੱਕ ਅਸੀਂ ਜਿੰਨੇ ਕੈਮੀਕਲ ਵਰਤਦੇ ਹਾਂ ਉਹਨੂੰ 50% 'ਤੇ ਲੈ ਆਵਾਂਗੇ। ਸੋ ਪੈਸਟੀਸਾਈਡ ਦੇ ਵਿੱਚ ਰਿਡਕਸ਼ਨ ਜਿਹੜੀ ਹੈ ਇਹਦੀ ਅਸੀਂ ਘਟਾ ਦੇਵਾਂਗੇ। ਪੈਸਟੀਸਾਈਡ ਜਿਹੜੇ ਹੈਗੇ ਇਹਦਾ ਇੱਕ ਲੌਂਗ ਟਰਮ ਇਫੈਕਟ ਅਤੇ ਬਹੁਤ ਵੱਡਾ ਅਸਰ ਜਿਹੜਾ ਇਹਦੇ ਉੱਤੇ ਪੈਂਦਾ ਹੈ। ਨਿਓਨਿਕਟੀਨੋਇਡਸ ਇੱਕ ਦੱਸਦੇ ਆ ਜਿਹੜੇ ਅਜੇ ਵੀ ਅਲਾਉਡ ਆ ਇੱਥੇ ਕੈਨੇਡਾ ਦੇ ਵਿੱਚ, ਅਤੇ ਉਹਨਾਂ ਦਾ ਨੈਗੇਟਿਵ ਇੰਪੈਕਟ ਪੈ ਰਿਹਾ ਬੀਜ਼ ਦੇ ਉੱਤੇ ਅਤੇ ਪੂਰੀ ਈਕੋਸਿਸਟਮ ਦੇ ਉੱਤੇ, ਅਤੇ ਜਿਹੜੇ ਮਤਲਬ ਇਹਦੇ ਲਈ ਐਗਰੀਕਲਚਰ ਪ੍ਰੋਡਕਸ਼ਨ ਦੇ ਲਈ ਬਹੁਤ ਜ਼ਰੂਰੀ ਹੈ। ਇਹ ਬੀਜ਼ ਦਾ ਵਾਰ-ਵਾਰ ਜ਼ਿਕਰ ਇੱਥੇ ਕਿਉਂ ਆ ਰਿਹਾ? ਕਿਉਂਕਿ ਜਿਹੜੇ ਪੌਦੇ ਆ ਇਹਨਾਂ ਦੇ ਵਿੱਚ ਜਿਹੜੀ ਪੋਲੀਨੇਸ਼ਨ ਹੁੰਦੀ ਆ, ਜਿਹੜੇ ਸੀਡ ਬਣਦੇ ਆ, ਜਿਹੜੇ ਫਰੂਟ ਬਣਦੇ ਆ ਕਈ ਪੌਦਿਆਂ ਦੇ ਵਿੱਚ,
ਉਹਦੇ ਵਿੱਚ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਇਹਨਾਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ। ਜਿਹੜਾ ਪੋਲਨ ਨੇ, ਜਿਹੜੇ ਮੇਲ ਪਾਰਟ ਆ ਜਾਂ ਜਿਹੜਾ ਨਰ ਹੁੰਦਾ ਆ, ਉਹਦਾ ਜਿਹੜਾ ਬੂਰ ਜਿਹਾ ਹੁੰਦਾ ਪੋਲਨਸ ਜੇ ਨਾ ਮੱਖੀਆਂ ਦੇ ਉੱਤੇ ਬੋਡੀ ਦੇ ਲੱਗ ਜਾਂਦੇ ਆ। ਇਹ ਫਿਰ ਇੱਥੋਂ ਉੱਡ ਕੇ ਦੂਜੇ ਫੁੱਲ ਦੇ ਉੱਤੇ ਜਾ ਕੇ ਜਾਂ ਦੂਜੇ ਪੌਦੇ ਦੇ ਉੱਤੇ ਬੈਠਦੀਆਂ। ਉਹ ਫਿਰ ਉੱਥੇ ਜਿਹੜੀ ਉਹਦਾ ਮਦੀਨ ਪਾਰਟ ਹੁੰਦਾ ਉਹਦੇ ਵਿੱਚ ਫਿਰ ਉਹ ਫੀਮੇਲ ਪਾਰਟ ਹੁੰਦਾ, ਜਿਹੜਾ ਜਾਂ ਤਾਂ ਫੀਮੇਲ ਫਲਾਵਰ ਹੁੰਦਾ ਜਾਂ ਫੀਮੇਲ ਪਲਾਂਟ ਹੀ ਵੱਖਰਾ ਹੁੰਦਾ, ਜਾਂ ਇੱਕ ਫੁੱਲ ਦੇ ਵਿੱਚ ਹੀ ਦੋਵੇਂ ਪਾਰਟ ਹੁੰਦੇ ਆ। ਅਤੇ ਉਹਦੇ ਉੱਤੇ ਇਹ ਕੰਮ ਜਿਹੜਾ ਆ ਇਹ ਮੱਖੀਆਂ ਕਰਦੀਆਂ। ਅਤੇ ਜੇ ਉਹ ਮੱਖੀਆਂ ਨਹੀਂ ਰਹੀਆਂ ਤਾਂ ਕੁਦਰਤੀ ਤੌਰ 'ਤੇ ਸਾਰੀ ਦੀ ਸਾਰੀ ਵਾਈਲਡ ਲਾਈਫ ਦੇ ਉੱਤੇ ਅਸਰ ਪੈ ਜਾਊਗਾ। ਹੁਣ ਹਜੇ ਇਹ ਹਾਲਤ ਨਹੀਂ ਆਈ ਉਹ ਕਹਿੰਦੀ ਇਹਦੇ ਨਾਲ ਕਿ ਇਹ ਮੱਖੀਆਂ ਜਿਹੜੀਆਂ ਮਰ ਨਹੀਂ ਰਹੀਆਂ ਇਸ ਵੇਲੇ, ਪਰ ਇਹਨਾਂ ਦਾ ਜਿਹੜਾ ਕਲੋਨੀ ਸਾਈਜ਼ ਆ ਉਹ ਬਹੁਤ ਛੋਟਾ ਹੋ ਰਿਹਾ ਅਤੇ ਇਹਨਾਂ ਨੂੰ ਸਿੱਧਾ ਸਿੱਧਾ ਡੈਮੇਜ ਹੋ ਰਿਹਾ। ਅਤੇ ਦੂਜਾ ਇਹ ਆ ਕਿ ਜਿਹੜੇ ਹਰਬੀਸਾਈਡਸ ਹੈਗੇ ਆ ਉਹਦਾ ਜਿਹੜਾ ਕਾਫੀ ਜ਼ਿਆਦਾ ਅਸਰ ਇਹਦੇ ਉੱਤੇ ਪੈਂਦਾ ਆ। ਪਰ ਇਹ ਪੈਸਟੀਸਾਈਡਸ ਇਹ ਵੀ ਬਹੁਤ ਖਤਰਨਾਕ ਨੇ। ਕਈ ਲੋਕ ਨੇ ਜਿਹੜੇ ਇਹਦੀ ਵਰਤੋਂ ਨਹੀਂ ਕਰਦੇ, ਪਰ ਹੁਣ ਜੇਕਰ ਇਹਨੂੰ ਜਿੱਦਾਂ ਕੈਨੇਡਾ ਨੇ ਸੰਧੀ ਕੀਤੀ ਹੈ ਵੀ ਇਹਨੂੰ ਘਟਾਉਣਾ ਆ, ਉਸ ਹਿਸਾਬ ਦੇ ਨਾਲ ਘਟਾਉਣ ਦੇ ਲਈ ਇਹਨੂੰ ਤੁਹਾਨੂੰ ਜਿਹੜੀ ਆ ਇਹਦੇ ਉੱਤੇ ਸਰਕਾਰ ਨੂੰ ਦੁਬਾਰਾ ਤੋਂ ਸੋਚਣ ਦੀ ਲੋੜ ਆ ਕਿ ਕੀ ਕੀਤਾ ਜਾ ਸਕਦਾ, ਕਿੱਦਾਂ ਇਹਨੂੰ ਇੱਥੋਂ ਰਿਮੂਵ ਕੀਤਾ ਜਾ ਸਕਦਾ, ਅਤੇ ਇਹਨੂੰ ਕਿਸ ਤਰੀਕੇ ਦੇ ਨਾਲ ਪ੍ਰੋਡਕਸ਼ਨ ਜਿਹੜੀ ਆ ਉਹ ਵਧਾਈ ਵੀ ਜਾ ਸਕਦੀ ਹੈ ਅਤੇ ਕੈਮੀਕਲ ਜਿਹੜੇ ਉਹ ਨਾ ਵਰਤੇ ਜਾਣ। ਸੋ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇਹ ਸਰਕਾਰ ਨੂੰ ਹੁਣ ਕਿਹਾ ਵੀ ਇਹ ਅਸਲ ਦੇ ਵਿੱਚ ਖਤਰਨਾਕ ਆ, ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ, ਇਹਨੂੰ ਇਸ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਣਾ ਚਾਹੀਦਾ। BC ਕੋਰਨਰਸ ਨੇ ਇੱਕ ਰਿਪੋਰਟ ਅੱਜ ਦਿੱਤੀ ਆ ਅਤੇ ਉਹਨਾਂ ਨੇ ਮੰਦਭਾਗੀ ਖਬਰ ਇਹ ਦੱਸੀ ਆ ਵੀ 211 ਜਿਹੜੀ ਮੌਤਾਂ ਨੇ ਉਹ ਇਸ ਜ਼ਹਿਰੀਲੀਆਂ ਨਸ਼ਿਆਂ ਦੇ ਕਾਰਨ ਪ੍ਰੋਵਿੰਸ ਦੇ ਵਿੱਚ ਜਨਵਰੀ 2023 ਦੇ ਵਿੱਚ ਹੋਈਆਂ। ਸੈਕੰਡ ਹਾਈਐਸਟ ਰੈਕਡ ਨੰਬਰ ਆਫ ਕੈਲੰਡਰ ਮੰਥ ਪਿਛਲੇ ਦਹਾਕੇ ਦੇ ਵਿੱਚ। 216 ਮੌਤਾਂ ਇੱਕ ਮਹੀਨੇ ਦੇ ਵਿੱਚ। ਅਤੇ ਇਹ ਦੇਖ ਲਓ ਵੀ ਮੰਥਲੀ ਇਹਨਾਂ ਮਹੀਨੇ ਬਾਅਦ ਰਿਪੋਰਟ ਦਿੰਦੇ ਆ ਵੀ ਵੱਧ ਨਸ਼ਾ ਕਰਨ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿੰਨੇ ਲੋਕ ਮਾਰੇ ਜਾਂਦੇ ਆ। ਅਤੇ ਐਤਕੀ ਉਹ ਨੰਬਰ ਜਿਹੜਾ 200 ਤਾਂ 11 ਦੱਸਿਆ ਜਾ ਰਿਹਾ, ਪਹਿਲਾਂ ਮੈਕਸੀਮਮ 216 ਸੀ। ਸੋ ਇਹਦੇ ਵਿੱਚ ਇਹ ਰੁਕ ਨਹੀਂ ਰਿਹਾ। ਜੇ ਦੇਖਿਆ ਜਾਵੇ ਤਾਂ 7 ਲੋਕਾਂ ਦੀ ਐਵਰੇਜ ਮੌਤ ਹੋ ਰਹੀ ਹੈ, 6.8 ਹਰ ਦਿਨ। ਜਨਵਰੀ ਦੇ ਵਿੱਚ 7 ਦੇ ਕਰੀਬ ਬੰਦੇ ਇਸ ਡਰੱਗ ਓਵਰਡੋਜ਼ ਦੇ ਨਾਲ ਹੀ ਮਰ ਰਹੇ ਆ, ਔਰ ਜਿਨ੍ਹਾਂ ਦੇ ਵਿੱਚੋਂ 69% ਨੇ ਜਿਹੜੇ ਉਹਨਾਂ ਦੀ ਉਮਰ 30 ਤੋਂ 59 ਸਾਲ ਦੇ ਵਿੱਚ। 70% ਇਹਨਾਂ ਦੇ ਵਿੱਚੋਂ ਮੇਲ ਆ, ਬਹੁਤੇ ਪੁਰਸ਼ ਆ। ਵੈਨਕੂਵਰ ਕੋਸਟਲ ਹੈਲਥ ਰੀਜਨ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ ਜਿਹੜੀਆਂ ਡੈਥਸ 68, ਜਿਹਦੇ ਵਿੱਚ ਫਰੇਜ਼ਰ ਹੈਲਥ ਰੀਜਨ ਦੇ ਵਿੱਚ 60, ਓਵਰਆਲ ਡੈਥ ਰੇਟ ਜਿਹੜਾ BC ਦੇ ਵਿੱਚ 47 ਪਰ 100,000 ਇੰਡੀਵਿਜੂਅਲ ਦੇ ਵਿੱਚ, ਲੱਖ ਪਿੱਛੇ 47 ਜਣਿਆਂ ਦੀ ਮੌਤ ਹੋ ਰਹੀ ਹੈ। ਜਿਹੜੇ 11,000 ਬ੍ਰਿਟਿਸ਼ ਕੋਲੰਬੀਆ ਨੇ ਇਸ ਵੇਲੇ ਮਰ ਗਏ ਆ ਟੌਕਸਿਕ ਇਹਨਾਂ ਡਰੱਗਸ ਕਰਕੇ, ਜਦੋਂ ਦੀ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਹੈ 2016 ਦੀ। ਅਤੇ ਜਿਹੜਾ ਲੀਡਿੰਗ ਕਾਜ਼ ਇੱਕ ਬਣ ਰਿਹਾ ਆ ਅਨਨੈਚੁਰਲ ਡੈਥਸ ਦਾ ਪ੍ਰੋਵਿੰਸ ਦੇ ਵਿੱਚ। ਮਤਲਬ ਕੁਛ ਮੌਤਾਂ ਬੰਦੇ ਨੇ ਇੱਕ ਉਮਰ ਹੁੰਦੀ ਹੈ, ਉਮਰ ਭੋਗਣ ਤੋਂ ਬਾਅਦ ਚਲੇ ਜਾਣਾ ਹੁੰਦਾ, ਉਹ ਮੌਤਾਂ ਹੋਣੀਆਂ ਹੀ ਹੁੰਦੀਆਂ ਆ। ਪਰ ਬਾਵਜੂਦ ਇਸ ਸਾਰੇ ਕੁਛ ਦੇ ਜਿਹੜੀ ਅਨਨੈਚੁਰਲ ਡੈਥਸ ਨੇ ਪ੍ਰੋਵਿੰਸ ਦੇ ਵਿੱਚ, ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋ 2 ਮੌਤਾਂ ਜਿਹੜੀਆਂ ਉਹ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਦੇ ਉੱਤੇ ਵੀ ਹੋਈਆਂ ਆ। ਕੋਰਨਰਸ ਸਰਵਿਸ ਦੀ ਜਿਹੜੀ ਇਹ ਰਿਪੋਰਟ ਆ ਕਿ ਇਸ ਕੇਸ ਦੇ ਵਿੱਚ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਦੇ ਉੱਤੇ ਇੱਕ 2022 ਦੇ ਵਿੱਚ ਅਤੇ ਇੱਕ 2023 ਦੇ ਵਿੱਚ ਹੋਈ ਦੱਸੀ ਜਾ ਰਹੀ ਹੈ। ਪਹਿਲੀ ਵਾਰੀ ਆ ਲੋਕ ਜਿਹੜੇ ਓਵਰਡੋਜ਼ ਦੇ ਨਾਲ ਇਹਨਾਂ ਸਾਈਟਸ ਦੇ ਉੱਤੇ ਮੌਤਾਂ ਹੋਈਆਂ ਕਈ ਸਾਲਾਂ ਦੇ ਵਿੱਚ ਕਿ ਉੱਥੇ ਇਹਨਾਂ ਨੂੰ ਉਹ ਬਚਾ ਨਹੀਂ ਸਕੇ। 1000 ਦੇ ਕਰੀਬ ਮੌਤਾਂ ਪ੍ਰਾਈਵੇਟ ਰੈਜ਼ੀਡੈਂਸ ਦੇ ਵਿੱਚ ਹੋਈਆਂ ਪਿਛਲੇ ਸਾਲ, ਅਤੇ 600 ਜਿਹੜੀਆਂ ਆ ਉਹ ਇਨਡੋਰ ਲੋਕੇਸ਼ਨਸ ਜਿਹਦੇ ਵਿੱਚ ਹੋਟਲਸ ਅਤੇ ਸ਼ੈਲਟਰਸ ਆ ਉੱਥੇ ਹੋਈਆਂ। 340 ਮੌਤਾਂ 2022 ਦੇ ਵਿੱਚ ਆਊਟਡੋਰ ਹੋਈਆਂ ਦੱਸੀਆਂ ਜਾ ਰਹੀਆਂ ਸੀ। ਇਹਨਾਂ ਨੇ ਜਿਹੜੀ ਡੀਕ੍ਰਿਮੀਨਲਾਈਜੇਸ਼ਨ ਆ ਉਹਨੂੰ ਸਟੈਟਿਸਟਿਕਸ ਨੇ ਕਵਰ ਨਹੀਂ ਕੀਤਾ। ਹੁਣ ਇੱਥੇ ਮਹੱਤਵਪੂਰਨ ਗੱਲਬਾਤ ਇਹ ਵੀ ਆ ਜਾਂਦੀ ਇਹਦੇ ਨਾਲ ਹੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ। ਤੁਸੀਂ ਜਾਣਦੇ ਆ ਪਿਛਲੇ ਸਮੇਂ ਦੇ ਵਿੱਚ 3 ਸਾਲਾਂ ਦੇ ਇੱਕ ਟਰਾਇਲ ਕੀਤਾ ਗਿਆ ਕਿ 2.5 ਗ੍ਰਾਮ ਡਰੱਗ ਤੁਸੀਂ ਆਪਣੇ ਕੋਲ ਰੱਖ ਸਕਦੇ ਆ ਆਪਣੀ ਵਰਤੋਂ ਦੇ ਲਈ, ਅਤੇ ਉਹ ਤੁਹਾਡੇ 'ਤੇ ਕੋਈ ਵੀ ਕੇਸ ਨਹੀਂ ਹੋਊਗਾ। ਹੁਣ ਉਸ ਦਾ ਇਹਦੇ ਉੱਤੇ ਕੀ ਅਸਰ ਪਿਆ, ਇਹਨੂੰ ਰੋਕਣ ਦੇ ਲਈ ਕੀਤੀ ਜਾ ਰਹੀ ਹੈ ਟਰਾਈ ਇਹ ਕੀਤੀ ਜਾ ਰਹੀ ਹੈ ਵੀ ਉਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਹ ਰੁਕ ਜਾਵੇ, ਇਹਦੇ ਉੱਤੇ ਕੋਈ ਚੰਗਾ ਅਸਰ ਪੈ ਜਾਵੇ, ਪਰ ਉਹਦਾ ਹਜੇ ਸਟੈਟਿਸਟਿਕਸ ਸਾਹਮਣੇ ਨਹੀਂ ਆਈਆਂ।
ਜਿਹੜੀ ਨਵੀਂ ਐਗਜ਼ੰਪਸ਼ਨ ਆ 18 ਸਾਲ ਤੋਂ ਉੱਪਰ ਵਾਲਾ ਕੋਈ ਵੀ 2.5 ਗ੍ਰਾਮ ਕੋਕੇਨ, ਓਪੀਅਡ, MDMA, ਮੈਥਫੈਂਟਾਮੀਨ ਜਾਂ ਹੋਰ ਰੱਖ ਸਕਦਾ ਆ। ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਡਰੱਗ ਫੜ ਲਓ, ਪਰ ਤੁਸੀਂ ਉਹਨੂੰ ਜਿਹੜਾ ਕੇਸ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ। ਪਰ ਉਹਨੂੰ ਰੱਖਣਾ ਕਿਸੇ ਟ੍ਰੈਫਿਕਿੰਗ ਦੇ ਲਈ ਜਾਂ ਹੋਰ ਚੀਜ਼ ਦੇ ਲਈ ਹਜੇ ਵੀ ਇਲੀਗਲ ਆ। ਕ੍ਰਿਟਿਕ ਜਿਹੜੇ ਉਹ ਇਸ ਕੰਮ ਦੇ ਉੱਤੇ ਆਰਗੂ ਕਰਦੇ ਸੀ ਕਿ ਇਹਦਾ ਕੋਈ ਇਫੈਕਟ ਨਹੀਂ ਪੈ ਰਿਹਾ ਇਸ ਡੈਥ ਰੇਟ ਦੇ ਉੱਤੇ, ਪਰ ਪਤਾ ਨਹੀਂ ਉਹਦਾ ਹਜੇ ਕਦੋਂ ਤੋਂ ਉਹਦਾ ਅੱਗੇ ਜਾ ਕੇ ਅਸਰ ਹੋਣਾ ਸ਼ੁਰੂ ਹੋਣਾ, ਕਿਉਂਕਿ ਰਿਪੋਰਟ ਜਨਵਰੀ ਦੀ ਆ। ਤੇ ਜਿਹੜੀ ਰੌਲਾ ਇਹੀ ਆ ਕਿ ਲੋਕਾਂ ਨੇ ਨਸ਼ਾ ਕਰਨ ਤੋਂ ਹਟਣਾ ਨਹੀਂ, ਕਿਸੇ ਨਾ ਕਿਸੇ ਤਰ੍ਹਾਂ ਇਹਦੀ ਸਪਲਾਈ ਸੇਫ ਹੋਣੀ ਚਾਹੀਦੀ ਆ। ਜਿਹੜੇ ਡਰੱਗ ਯੂਜ਼ ਕਰਦੇ ਆ ਉਹਨਾਂ ਨੂੰ ਸਪਲਾਈ ਸੇਫ ਮਿਲ ਜਾਵੇ, ਜਿਹੜੇ ਆ ਉਹ ਉੱਥੇ ਫੇਰ ਹੀ ਇਹਦਾ ਬਚਾਅ ਹੋ ਸਕਦਾ, ਨਹੀਂ ਤਾਂ ਇਹ ਗੱਲਬਾਤ ਥੱਲੇ ਲਗਾਤਾਰ ਨਹੀਂ ਆ ਰਹੀ। ਤੇ ਬਹੁਤ ਥੋੜ੍ਹਾ ਜਿਹਾ ਪੋਰਸ਼ਨ ਆ, ਲਗਭਗ 74,000 ਲੋਕਾਂ ਦਾ ਜਿਹੜੇ ਡਾਇਗਨੋਜ਼ ਹੋਏ ਆ ਓਪੀਅਡ ਯੂਜ਼ ਦੇ ਨਾਲ, ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿਕਿਉਰ ਸਪਲਾਈ ਜਿਹੜੀ ਉਹ ਦਿੱਤੀ ਜਾ ਸਕਦੀ ਆ। ਲੋਕ ਜਿਹੜੇ ਕਈ ਹਫ਼ਤੇ ਤੇ ਕਈ ਮਹੀਨੇ ਟਰੀਟਮੈਂਟ ਦੇ ਲਈ ਰਿਕਵਰੀ ਦੇ ਵਿੱਚ ਉਡੀਕ ਕਰ ਰਹੇ ਉਹ ਵੀ ਆ, ਜਿਹੜੇ ਲੋਕ ਮਰ ਰਹੇ ਆ ਟਰੀਟਮੈਂਟ ਰਿਕਵਰੀ ਦੇ ਲਈ ਉਹ ਵੀ ਇਹਦੇ ਵਿੱਚ ਸ਼ਾਮਲ ਆ। ਜਿਹੜੀ ਹਜੇ ਤੱਕ ਕੋਈ ਵੀ ਐਵੀਡੈਂਸ ਇਸ ਗੱਲ ਦਾ ਨਹੀਂ ਕਿ ਪ੍ਰਸਕ੍ਰਾਈਬਡ ਸੇਫ ਸਪਲਾਈ ਜਿਹੜੀ ਆ ਉਹ ਟੌਕਸਿਕ ਡਰੱਗ ਡੈਥਸ ਪ੍ਰੀਵੈਂਸ ਦੇ ਵਿੱਚ ਉਹਦੇ ਨਾਲ ਕੀ ਸੰਬੰਧ ਹੈਗਾ। ਪਰ ਲਗਾਤਾਰ ਜਿਹੜਾ ਨਸ਼ਾ ਲੋਕ ਪਹਿਲਾਂ ਵੀ ਕਰਦੇ ਸੀ, ਹੁਣ ਜਦੋਂ ਦੀ ਫੈਂਟਾਨਿਲ ਆ ਗਿਆ ਆ, ਤੁਹਾਡੀ ਫੀਮ ਦੇ ਵਿੱਚ ਜਾਂ ਤੁਹਾਡੇ ਖਾਣ ਵਾਲੀ ਚੀਜ਼ ਦੇ ਵਿੱਚ ਜਿਹੜਾ ਵੀ ਤੁਸੀਂ ਨਸ਼ਾ ਕਰ ਰਹੇ ਆ ਉਹਦੇ ਵਿੱਚ ਉਹ ਫੈਂਟਾਨਿਲ ਪਈ ਆ। ਤੇ ਉਹ ਫੈਂਟਾਨਿਲ ਕਿੰਨੀ ਪਈ ਉਹਨਾਂ ਨੇ ਇਹਦਾ ਅੰਦਾਜ਼ਾ ਕੋਈ ਨਹੀਂ, ਤੇ ਜੇ ਉਹ ਮਾੜੀ ਜੀ ਮਤਲਬ ਕੁਛ ਗ੍ਰਾਮਾਂ ਦੇ ਵਿੱਚ ਜਾਂ ਮਿਲੀਗ੍ਰਾਮਾਂ ਦੇ ਵਿੱਚ ਜ਼ਿਆਦਾ ਪੈ ਗਈ ਤੇ ਉਹ ਮੌਤ ਕਰ ਦਿੰਦੀ। ਇਹੀ ਵੱਡਾ ਕਾਰਨ ਬਣ ਰਿਹਾ ਕਿ ਜੇ ਜਿਹੜਾ ਬੰਦਾ ਰੋਜ਼ ਡਰੱਗ ਕਰਦਾ, ਜੇ ਉਹਨੂੰ ਪਤਾ ਮੈਂ ਆਹ ਡਰੱਗ ਲੈਣਾ ਭਾਵੇਂ ਕਿੰਨੀ ਵੀ ਖਤਰਨਾਕ ਆ, ਤੇ ਉਨੀ ਡਰੱਗ ਹੀ ਲੈਂਦਾ, ਉਹਦੇ ਨਾਲ ਉਹਨੂੰ ਅੰਦਾਜ਼ਾ ਹੋ ਜਾਂਦਾ ਵੀ ਮੈਂ ਇੰਨਾ ਕੁ ਨਸ਼ਾ ਕਰਨਾ, ਤੇ ਉਹਦਾ ਹਿਸਾਬ ਕਿਤਾਬ ਚੱਲੀ ਜਾਂਦਾ। ਪਰ ਜਦੋਂ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਹੈ ਕਿੰਨੀ ਡਰੱਗ, ਅਮਾਊਂਟ ਓਨੀ ਹੈ, ਮਤਲਬ 1.5 ਗ੍ਰਾਮ ਜੇ ਤੁਸੀਂ ਤੋਲਾ ਫੀਮ ਖਾ ਰਹੇ ਹੋ ਤਾਂ ਫੀਮ ਤੋਲਾ ਹੀ ਆ, ਪਰ ਉਹਦੇ ਵਿੱਚ ਉਹ ਫੈਂਟਾਨਿਲ ਜਿਹੜਾ ਮਿਲਾਵਟੀ ਨਸ਼ਾ ਪਾਇਆ ਉਹ ਕਿੰਨਾ ਆ, ਉਹ ਲੋਕਾਂ ਨੂੰ ਬੇਸਿਕਲੀ ਇੱਥੇ ਮਾਰ ਰਿਹਾ ਹੈ। ਤੇ ਉਹਦਾ ਇਲਾਜ ਹਜੇ ਤੱਕ ਕੋਈ ਵੀ ਨਹੀਂ ਆਇਆ। ਤੇ ਇਹ ਖਬਰ ਬੜੀ ਮੰਦਭਾਗੀ ਆ ਕਿ ਜਨਵਰੀ ਦੇ ਵਿੱਚ ਵੀ ਪਹਿਲਾਂ ਵਾਲੀ ਜਿਹੜੀ ਗੱਲਬਾਤ ਆ ਉਸੇ ਤਰ੍ਹਾਂ ਜਾਰੀ ਰਹੀ ਹੈ। 211 ਲੋਕਾਂ ਦੀ ਮੌਤ ਓਵਰਡੋਜ਼ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਗਈ ਹੈ। ਅਗਲੀ ਗੱਲਬਾਤ ਦੋਸਤੋ ਮਹਿੰਗਾਈ ਦੇ ਨਾਲ ਸੰਬੰਧਿਤ ਆ। ਅਸੀਂ ਇੰਟਰਸਟ ਰੇਟਾਂ ਦੀ ਗੱਲਬਾਤ ਕਰਦੇ ਰਹਿੰਦੇ ਰੋਜ਼ ਹੀ, ਵੀ ਇੰਟਰਸਟ ਰੇਟ ਵੱਧ ਗਿਆ, ਮਹਿੰਗਾਈ ਦੀ ਗੱਲਬਾਤ ਵੀ ਚੱਲਦੀ ਆ, ਰਿਸੈਸ਼ਨ ਦੀ ਗੱਲਬਾਤ ਵੀ ਚੱਲਦੀ ਆ। ਜਿਹੜੀਆਂ ਵੱਡੀਆਂ ਕੈਨੇਡਾ ਦੀਆਂ ਬੈਂਕਾਂ ਨੇ ਉਹਨਾਂ ਨੇ ਹੁਣ ਇੱਕ ਗੱਲ ਸਮਝ ਲਈ ਆ ਕਿ ਲੋਕਾਂ ਕੋਲੋਂ ਕਰਜ਼ਾ ਮੁੜਨਾ ਨਹੀਂ ਜਿਹੜਾ ਲਿਆ ਹੈ, ਚਾਹੇ ਮੌਰਗੇਜਾਂ ਦਾ ਆ, ਚਾਹੇ ਕ੍ਰੈਡਿਟ ਕਾਰਡਾਂ ਦਾ, ਤੇ ਚਾਹੇ ਦੂਜਾ ਆ। ਰਿਸੈਸ਼ਨ ਆਊਗਾ ਜਾਂ ਆ ਚੁੱਕਾ ਆ। ਜਿਹੜੀਆਂ 6 ਵੱਡੀਆਂ ਬੈਂਕਾਂ ਨੇ ਕੈਨੇਡਾ ਦੀਆਂ, ਉਹਨਾਂ ਨੇ ਇਕੱਠਾ $2.4 ਬਿਲੀਅਨ ਇਹ ਜਿਹੜੀ ਪੋਸੀਬਲ ਨੁਕਸਾਨ ਉਹਨਾਂ ਦਾ ਇਹ ਸਾਰੇ ਕੁਝ ਦੇ ਵਿੱਚ ਹੋਣਾ ਉਹ ਪਾਸੇ ਰੱਖ ਲਿਆ ਆ। ਕੁਛ ਲੋਕ ਲੋਨ ਰੀਪੇ ਨਹੀਂ ਕਰ ਰਹੇ, ਲੈ ਉਹਨਾਂ ਨੇ ਲਿਆ ਆ, ਤੇ ਹੁਣ ਉਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜਾ ਇਸ ਵੇਲੇ ਇਹ ਹੁੰਦਾ ਹੈਗਾ, ਆਮ ਤੌਰ 'ਤੇ ਲੋਕ ਲੋਨ ਲੈ ਲੈਂਦੇ, ਕਈ ਨਹੀਂ ਉਹਨੂੰ ਕਰਦੇ, ਪਰ ਕਿਉਂਕਿ ਹੁਣ ਰਿਸੈਸ਼ਨ 'ਤੇ ਸਾਰਾ ਕੁਛ ਉਹ ਹੋ ਰਿਹਾ ਆ, ਤੇ ਲੋਕਾਂ ਦਾ ਜਿਹੜਾ ਮੇਜਰ ਸੋਰਸ ਆਫ ਇਨਕਮ ਆ ਉਹਦੇ ਉੱਤੇ ਵੀ ਅਸਰ ਪੈ ਰਿਹਾ, ਐਮਪਲੋਇਮੈਂਟ ਆ ਜਾਂ ਸਮਾਲ ਬਿਜ਼ਨਸ ਇਨਕਮ ਆ, ਇਸ ਕਰਕੇ ਲੋਕਾਂ ਕੋਲੋਂ ਕਰਜ਼ਾ ਵਾਪਸ ਨਹੀਂ ਕੀਤਾ ਜਾਣਾ ਤੇ ਕੀਤਾ ਜਾ ਵੀ ਨਹੀਂ ਰਿਹਾ। ਪਰ ਬੈਂਕਾਂ ਕੋਲੇ ਤਾਂ ਪੈਸਾ ਚਾਹੀਦਾ ਨਾ ਕਿਸੇ ਨਾ ਕਿਸੇ ਪਾਸਿਓਂ, ਉਹਨਾਂ ਨੇ ਤਾਂ ਗਾਂਹ ਫੇਰ ਕਿਸੇ ਨਾ ਕਿਸੇ ਪਾਸੇ ਦੇਣਾ ਆ, ਤੇ ਉਹਨਾਂ ਨੇ ਇਸ ਨੁਕਸਾਨ ਲਈ $2.4 ਬਿਲੀਅਨ ਕੈਨੇਡਾ ਦੀਆਂ ਵੱਡੀਆਂ 6 ਬੈਂਕਾਂ ਨੇ ਪਾਸੇ ਰੱਖ ਲਿਆ ਦੱਸਿਆ ਜਾ ਰਿਹਾ ਹੈ। ਜਿਹੜੀ ਪ੍ਰੋਵੀਜ਼ਨ ਫਾਰ ਕ੍ਰੈਡਿਟ ਲਾਸ ਕਹਿੰਦੇ ਨੂੰ PCLs, ਇਹਦੇ ਵਿੱਚ 2.49 ਬਿਲੀਅਨ ਰਿਜ਼ਰਵ ਆ, ਜਿਹੜਾ ਆਊਟਲਾਈਨ ਕਰਦਾ ਕਿ ਪਹਿਲੇ ਕੁਆਟਰ ਦੇ ਵਿੱਚ ਜਿਹੜੀ ਕੈਨੇਡਾ ਦੀ 6 ਵੱਡੀਆਂ ਬੈਂਕਾਂ, ਰਾਇਲ ਬੈਂਕ ਆਫ ਕੈਨੇਡਾ, TD ਬੈਂਕ, ਸਕੋਸ਼ੀਆ, BMO, CIBC ਤੇ ਨੈਸ਼ਨਲ ਬੈਂਕ, ਇੱਕ ਵਾਧਾ ਇਹਨਾਂ ਨੇ ਕੀਤਾ 373 ਮਿਲੀਅਨ 6 ਬੈਂਕਾਂ ਨੇ ਐਲੋਕੇਟ ਕੀਤਾ PCLs ਦੇ ਲਈ 1 ਸਾਲ ਪਹਿਲਾਂ, ਜਦੋਂ ਪਹਿਲਾ ਕੁਆਟਰ ਸੀਗਾ 2022 ਦਾ। ਉਸੇ ਸਮੇਂ ਦੇ ਵਿੱਚ ਮਾਰਚ 2022 ਦੇ ਵਿੱਚ ਬੈਂਕ ਆਫ ਕੈਨੇਡਾ ਨੇ ਆਪਣਾ ਇਹਨੂੰ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਇੰਟਰਸਟ ਰੇਟ ਵਧਾਉਣਾ ਸ਼ੁਰੂ ਕਰ ਦਿੱਤਾ, ਤੇ ਤੁਹਾਨੂੰ ਪਤਾ ਕਿ 0.25% ਤੋਂ ਵੱਧਦਾ 4.5% ਦੇ ਉੱਤੇ ਆ ਗਿਆ ਇਹ, ਜਿਹੜਾ ਕਿ ਹੁਣ 2007 ਤੋਂ ਬਾਅਦ ਸਭ ਤੋਂ ਜ਼ਿਆਦਾ ਇਸ ਵੇਲੇ ਦੱਸਿਆ ਜਾ ਰਿਹਾ ਹੈ। ਬੈਂਕ ਆਫ ਕੈਨੇਡਾ ਜਿਹੜੇ ਸ਼ਾਰਟ ਟਰਮ ਇੰਟਰਸਟ ਰੇਟ ਆ ਉਹਨਾਂ ਨੂੰ ਸਲੋ ਡਾਊਨ, ਇਕੋਨਮੀ ਨੂੰ ਸਲੋ ਡਾਊਨ ਕਰਨ ਦੇ ਲਈ ਵਰਤ ਰਹੀ ਹੈ, ਇਨਫਲੇਸ਼ਨ ਨੂੰ ਥੱਲੇ ਲਿਆਉਣ ਦੇ ਲਈ। ਤੇ ਦੂਜਾ ਹੁਣ ਫਿਰ ਰਿਸੈਸ਼ਨ ਜਿਹੜਾ ਆ ਉਹ Q2 ਜਾਂ Q3 ਇਸ ਸਾਲ ਦੱਸਿਆ ਜਾ ਰਿਹਾ ਹੈ। ਸੋ ਇਹਦੇ ਵਿੱਚ ਇਹਨਾਂ ਬੈਂਕਾਂ ਦਾ ਇੰਨੇ $1 ਬਿਲੀਅਨ ਪਾਸੇ ਰੱਖਣਾ ਦੱਸਦਾ ਹੈ ਕਿ ਲੋਕ ਸੰਕਟ 'ਚ ਨੇ।
ਜਿਹੜੇ ਡਿਫਾਲਟ ਹੋਣਾ ਜਾਂ ਕੋਈ ਪ੍ਰਾਪਰਟੀਆਂ ਛੱਡ ਕੇ ਜਾਣਾ ਜਾਂ ਲੋਕਾਂ ਦਾ ਕ੍ਰੈਡਿਟ ਕਾਰਡ ਜੇਕਰ $10,000 ਦਾ ਹੈ ਤਾਂ ਉੱਤੇ ਮਿਨੀਮਮ ਅਮਾਊਂਟ ਹੀ ਪੇ ਕਰੀ ਜਾਣੀ ਤੇ ਬਾਕੀ ਦਾ ਇੰਟਰਸਟ ਪੇ ਕਰੀ ਜਾਣਾ। ਇਸੇ ਤਰ੍ਹਾਂ ਲਾਈਨ ਆਫ ਕ੍ਰੈਡਿਟ ਆ, ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਦੱਸਦਾ ਆ ਕਿ ਲੋਕਾਂ ਦੇ ਉੱਤੇ ਪ੍ਰੈਸ਼ਰ ਆ ਤੇ ਲੋਕਾਂ ਕੋਲੋਂ ਇਹ ਕਰਜ਼ਾ ਵਾਪਸ ਨਹੀਂ ਹੋਣਾ ਇਹਨਾਂ ਸਾਲਾਂ ਦੇ ਵਿੱਚ। ਤੇ ਇਸ ਕਰਕੇ ਇਹਨਾਂ ਬੈਂਕਾਂ ਨੇ, ਰਾਇਲ ਬੈਂਕ ਆਫ ਕੈਨੇਡਾ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਬੈਂਕ ਆ, ਉਹਨਾਂ ਨੇ ਵੀ ਇਹਦੇ ਉੱਤੇ ਇਹ ਸਾਰੇ ਪੈਸੇ ਨੂੰ ਪਾਸੇ ਰੱਖ ਕੇ ਤੇ ਕਹਿ ਦਿੱਤਾ ਕਿ ਸਾਡੇ ਉੱਤੇ ਇਹ ਨਾ ਮੋੜੇ ਜਾਣ ਵਾਲੇ ਪੈਸਿਆਂ ਦਾ ਅਸਰ ਸਾਡੇ ਉੱਤੇ ਪੈਣਾ ਆ ਤੇ ਥੋੜ੍ਹਾ ਥੋੜ੍ਹਾ ਕਰਕੇ ਵੱਧ ਰਿਹਾ ਆ। ਤੇ ਇਸ ਕਰਕੇ ਇਹ ਅੱਜ ਉਹਨਾਂ ਨੇ ਜਿਹੜਾ ਪੈਸਾ ਆ ਉਹ ਪਾਸੇ ਰੱਖ ਕੇ ਦੱਸ ਦਿੱਤਾ ਕਿ ਜਿਹੜਾ ਸੰਕਟ ਵਾਲਾ ਸਮਾਂ ਆਰਥਿਕ ਤੌਰ 'ਤੇ ਲੋਕਾਂ ਦਾ ਚੱਲ ਰਿਹਾ ਹੈ। ਫੇਸ ਬਲਾਈਂਡਨੈਸ ਇੱਕ ਬਿਮਾਰੀ ਆ ਜਿਹੜੀ ਇਫੈਕਟ ਕਰਦੀ ਆ ਲਗਭਗ ਦੁਨੀਆ ਦੀ 3% ਪਾਪੂਲੇਸ਼ਨ ਨੂੰ। ਤੇ ਹੁਣ ਇਹਦੇ ਬਾਰੇ ਪਹਿਲਾਂ ਕਹਿੰਦੇ ਸੀ ਵੀ ਇਹ ਥੋੜ੍ਹੇ ਲੋਕਾਂ ਨੂੰ ਹੁੰਦੀ ਆ, ਪਰ ਹੁਣ ਦੱਸਦੇ ਆ ਕਿ ਇਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਬਿਮਾਰੀ ਹੈਗੀ ਆ ਜਿੰਨਾ ਡਾਕਟਰ ਜਾਂ ਸਾਇੰਟਿਸਟ ਅੰਦਾਜ਼ਾ ਲਾਉਂਦੇ ਸੀ। ਪ੍ਰੋਸੋਪੈਗਨੋਸੀਆ ਕਹਿੰਦੇ ਇਸ ਬਿਮਾਰੀ ਨੂੰ। ਪ੍ਰੋਸੋਪੈਗਨੋਸੀਆ ਪਹਿਲਾਂ ਦੱਸਦੇ ਸੀ ਕਿ 2.5% ਲੋਕਾਂ ਨੂੰ 2 ਤੋਂ 2.5% ਪਹਿਲਾਂ ਮੰਨੀ ਜਾਂਦੀ ਸੀ, ਪਰ ਹੁਣ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ ਤੇ ਬੋਸਟਨ ਹੈਲਥ ਕੇਅਰ ਸਿਸਟਮ ਨੇ ਜਿਹੜੀ ਰਿਸਰਚ ਕੀਤੀ ਹੈ ਉਹਨਾਂ ਨੇ ਦੱਸਿਆ ਕਿ 3341 ਜਿਹੜੇ ਇੰਡੀਵਿਜੂਅਲ ਇਨਵੋਲਵ ਸੀਗੇ ਇਸ ਰਿਸਰਚ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਜਿਹੜੇ 31 ਸੀਗੇ ਉਹਨਾਂ ਨੂੰ ਮੇਜਰ ਪ੍ਰੋਸੋਪੈਗਨੋਸੀਆ ਦੱਸਿਆ ਜਾ ਰਿਹਾ ਤੇ ਜਿਨ੍ਹਾਂ ਦੇ ਵਿੱਚੋਂ 72 ਨੂੰ ਮਾਈਲਡਰ ਫਾਰਮ ਦੱਸੀ ਜਾ ਰਹੀ ਹੈ। ਜਿਹੜੀ ਇਹ ਬਿਮਾਰੀ ਆ, ਇਹ ਬੜੀ ਅਜੀਬ ਬਿਮਾਰੀ ਆ, ਫੇਸ ਬਲਾਈਂਡਨੈਸ ਇਹਨੂੰ ਜਿਹੜਾ ਪ੍ਰੋਸੋਪੈਗਨੋਸੀਆ ਵੀ ਕਹਿੰਦੇ ਆ। ਇਹਦੇ ਇੱਕ ਨਿਊਰੋਲੋਜੀਕਲ ਕੰਡੀਸ਼ਨ ਆ ਜਿਹਦੇ ਵਿੱਚ ਕੀ ਹੁੰਦਾ ਕਿ ਬੰਦੇ ਨੂੰ ਚਿਹਰੇ ਨਹੀਂ ਪਛਾਣ ਹੁੰਦੇ, ਮਤਲਬ ਉਹ ਬੰਦਾ ਜਾਣਦਾ ਹੁੰਦਾ ਪਰ ਉਹਨੂੰ ਪਤਾ ਨਹੀਂ ਲੱਗਦਾ ਇਹ ਕੌਣ ਆ। ਉਹਨੂੰ ਮੁਸ਼ਕਲ ਹੁੰਦੀ ਆ ਲੋਕਾਂ ਦੇ ਚਿਹਰੇ ਰੈਕੋਗਨਾਈਜ਼ ਕਰਨ ਦੇ ਵਿੱਚ, ਇਹਨੂੰ ਫੇਸ ਬਲਾਈਂਡਨੈਸ ਕਹਿੰਦੇ ਆ। ਤੇ ਇਹ ਮਤਲਬ ਉਹ ਬੰਦਾ ਸਟਰਗਲ ਕਰਦਾ ਰਹਿੰਦਾ ਆਪਣੇ ਦਿਮਾਗ ਦੇ ਨਾਲ ਵੀ ਇਹਦਾ ਮੈਂ ਚਿਹਰਾ ਦੇਖਿਆ ਕਿਤੇ ਹੈ ਕੌਣ। ਜਿਹੜਾ ਕੁਛ ਵਾਰੀ ਤਾਂ ਇੱਦਾਂ ਹੋ ਜਾਂਦਾ ਕਿ ਉਹ ਚਿਹਰੇ ਉਹ ਆਪਣੇ ਫੈਮਿਲੀ ਮੈਂਬਰ ਦੇ ਚਿਹਰੇ ਨੂੰ ਨਹੀਂ ਪਛਾਣ ਸਕਦਾ, ਕਈ ਵਾਰੀ ਦੋਸਤਾਂ ਦੇ ਚਿਹਰੇ ਉਹਨੂੰ ਭੁੱਲ ਜਾਂਦੇ, ਫਿਰ ਕੋਈ ਦੱਸ ਦਿੰਦਾ ਜਾਂ ਕੁਲੀਗ ਜਿਹੜੇ ਉਹਦੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰਦਾ, ਜਾਂ ਉਹ ਫੋਟੋ 'ਚ ਆਇਡੈਂਟੀਫਾਈ ਨਹੀਂ ਕਰਦਾ, ਜਾਂ TV 'ਤੇ ਆਇਡੈਂਟੀਫਾਈ ਨਹੀਂ ਕਰਦਾ ਵੀ ਇਹ ਕੌਣ ਆ, ਜਾਂ ਉਹਨੂੰ ਫਿਰ ਕੋਈ ਦੱਸਦਾ ਵੀ ਇਹ ਫਲਾਣਾ ਬੰਦਾ ਤਾਂ ਫਿਰ ਉਹਨੂੰ ਪਤਾ ਲੱਗਦਾ ਵੀ ਹਾਂ ਇਹ ਫਲਾਣਾ ਬੰਦਾ। ਉਹ ਜਿਹੜਾ ਸ਼ਕਲਾਂ ਭੁੱਲ ਜਾਣੀਆਂ ਉਹਨੂੰ ਫੇਸ ਬਲਾਈਂਡਨੈਸ ਕਹਿੰਦੇ ਆ। ਕੁਛ ਲੋਕ ਜਿਹੜੇ ਹੈਗੇ ਆ ਉਹ ਬੜੀ ਥੋੜ੍ਹੀ ਜਿਹੀ ਡਿਫੀਕਲਟੀ ਹੋਣ ਦੀ ਉਹਨਾਂ ਨੂੰ, ਕਿ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਲੱਗਦਾ, ਫਿਰ ਥੋੜ੍ਹੇ ਜਿਹੇ ਤੋਂ ਬਾਅਦ ਅੰਦਾਜ਼ਾ ਆ ਜਾਂਦਾ ਹਾਂ ਵੀ ਇਹ ਉਹ ਬੰਦਾ ਸੀਗਾ, ਫਿਰ ਉਹ ਰੈਕੋਗਨਾਈਜ਼ ਕਰ ਲੈਂਦੇ। ਪਰ ਕਈਆਂ ਦੀ ਇਹ ਕੰਡੀਸ਼ਨ ਬਹੁਤ ਜ਼ਿਆਦਾ ਆ, ਉੱਥੇ ਜ਼ਿਆਦਾ ਮੁਸ਼ਕਲ ਹੋਈ ਆ। ਫੇਸ ਬਲਾਈਂਡਨੈਸ ਆਮ ਤੌਰ ਦੇ ਉੱਤੇ ਜਿਹੜੀ ਦਿਮਾਗ ਦੇ ਵਿੱਚ ਇੱਕ ਵਿਜ਼ੂਅਲ ਇਨਫੋਰਮੇਸ਼ਨ ਕੋਈ ਬੰਦਾ ਸਟੋਰ ਕਰਦਾ ਤੇ ਫਿਰ ਉਹਨੂੰ ਪ੍ਰੋਸੈਸ ਕਰਦਾ, ਜਿਹੜੀ ਦਿਮਾਗ ਦੀ ਉਹ ਐਬਿਲਿਟੀ ਆ, ਜਿਹੜੀ ਯੋਗਤਾ ਆ, ਉਹਦੇ ਵਿੱਚ ਕਿਤੇ ਨਾ ਕਿਤੇ ਅਬਨੋਰਮੈਲਿਟੀ ਆ ਜਾਂਦੀ ਹੈ। ਇਹਨੂੰ ਇੱਦਾਂ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਫਿਊਜ਼ੀਫਾਰਮ ਗਾਇਰਸ ਇੱਕ ਹੁੰਦਾ, ਉਹਦੀ ਡਿਸਫੰਕਸ਼ਨਿੰਗ, ਮਤਲਬ ਦਿਮਾਗ ਦਾ ਇੱਕ ਖਾਸ ਹਿੱਸਾ ਆ ਜਿਹੜਾ ਫੇਸ਼ੀਅਲ ਰੈਕੋਗਨੀਸ਼ਨ ਦੇ ਲਈ ਵਰਤਿਆ ਜਾਂਦਾ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਸਮੱਸਿਆ ਆ ਜਾਂਦੀ ਤੇ ਇਸ ਕਰਕੇ ਇਹ ਬੰਦੇ ਨੂੰ ਬਿਮਾਰੀ ਲੱਗ ਜਾਂਦੀ ਆ। ਔਰ ਇਹਦਾ ਦੁੱਖ ਵਾਲੀ ਗੱਲ ਇਹ ਆ ਵੀ ਜੇ ਕਿਸੇ ਨੂੰ ਇਹ ਲੱਗ ਗਈ ਤੇ ਇਹਦਾ ਇਲਾਜ ਹੈ ਨਹੀਂ। ਸਟ੍ਰੈਟਜੀਜ਼ ਹੈਗੀਆਂ, ਤਰੀਕੇ ਹੈਗੇ ਆ ਕਿ ਬੰਦਾ ਇਹਦੇ ਨਾਲ ਕੰਡੀਸ਼ਨ ਦੇ ਨਾਲ ਲੜ ਸਕਦਾ। ਜਿਹਨਾਂ ਨੂੰ ਫੇਸ ਬਲਾਈਂਡਨੈਸ ਹੈਗੀ ਆ ਉਹ ਕਿਉਂ ਚੇਤੇ ਰੱਖ ਸਕਦੇ ਆ ਰੈਕੋਗਨਾਈਜ਼ ਕਰਨ ਦੇ ਲਈ ਲੋਕਾਂ ਨੂੰ, ਵੀ ਉਹਨਾਂ ਦੀ ਆਵਾਜ਼, ਉਹਨਾਂ ਦੇ ਕੱਪੜੇ ਜਾਂ ਉਹਨਾਂ ਦਾ ਹੇਅਰ ਸਟਾਈਲ। ਬਹੁਤਿਆਂ ਦੇ ਲਈ ਇਹ ਹੁੰਦਾ ਕਿ ਉਹਨਾਂ ਨੂੰ ਜਿਹੜਾ ਉਹਨੂੰ ਵੀ ਕਿੱਥੇ ਮਿਲਿਆ ਸੀ ਉਹ ਚੀਜ਼ ਨੂੰ ਯਾਦ ਕਰਕੇ ਚੇਤੇ ਆ ਸਕਦਾ। ਫੇਸ ਬਲਾਈਂਡਨੈਸ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਨੇ ਉਹਦੇ ਵਿੱਚੋਂ ਵੀ ਕਈ ਵਾਰੀ ਇਹਦੇ ਨਾਲ ਬੈਨੀਫਿਟ ਹੋ ਜਾਂਦਾ, ਕੋਈ ਨਾ ਕੋਈ ਤਰੀਕਾ ਦੱਸ ਦਿੰਦੇ ਆ। ਇਹਨਾਂ ਸਾਰੀਆਂ ਸਟ੍ਰੈਟਜੀਜ਼ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਬੜੀ ਸੋਸ਼ਲ ਤੇ ਇਮੋਸ਼ਨਲ ਡਿਫਿਕਲਟੀ ਹੁੰਦੀ ਆ ਵੀ ਇਹ ਕੰਡੀਸ਼ਨ ਹੁੰਦੀ ਆ ਕੌਣ ਆ, ਮਤਲਬ ਬੜੀ ਕਈ ਵਾਰੀ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਇਸ ਬਿਮਾਰੀ ਦੇ ਨਾਲ ਕਿ ਉਹ ਕਿਸੇ ਬੰਦੇ ਨੂੰ ਰੈਕੋਗਨਾਈਜ਼ ਨਹੀਂ ਕਰ ਸਕਦੇ ਤੇ ਫਿਰ ਉਹ ਹੌਲੀ ਹੌਲੀ ਸੋਸ਼ਲ ਸਿਚੁਏਸ਼ਨ ਜਿਹੜੀ ਉਹਨੂੰ ਅਵਾਇਡ ਕਰਨ ਲੱਗ ਜਾਂਦੇ ਆ ਤੇ ਰਿਸ਼ਤਿਆਂ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਜਾਂਦੇ ਆ। ਇਹਦੇ ਵਿੱਚ ਕੁਛ ਮਾਮਲਿਆਂ ਦੇ ਵਿੱਚ ਜਿਹੜੀ ਇਹ ਬਿਮਾਰੀ ਆ, ਜਿਹੜੀ ਹੁਣ ਪਤਾ ਲੱਗਿਆ ਵੀ ਇਹ ਬਹੁਤ ਸਾਰੇ ਲੋਕਾਂ ਵਿੱਚ ਜਿੰਨੀ ਪਹਿਲਾਂ ਅੰਦਾਜ਼ਾ ਲਾਉਂਦੇ ਸੀ, ਇਹਦੇ ਵਿੱਚ ਮਿਸ ਆਇਡੈਂਟੀਫਿਕੇਸ਼ਨ ਹੋ ਜਾਂਦੀ ਜਾਂ ਮਿਸਟੇਕਨ ਆਇਡੈਂਟੀ ਹੋ ਜਾਂਦੀ ਆ। ਇੱਕ ਬੰਦਾ ਜਿਹੜਾ ਜਿਹਨੂੰ ਇਹ ਬਿਮਾਰੀ ਹੋ ਗਈ ਆ ਉਹ ਕਿਸੇ ਦੂਜੇ ਬੰਦੇ ਨੂੰ, ਜਿਹੜਾ ਸਟ੍ਰੇਂਜਰ ਆ ਜਿਹਨੂੰ ਜਾਣਦਾ ਨਹੀਂ, ਉਹਨੂੰ ਆਪਣਾ ਦੋਸਤ ਸਮਝ ਸਕਦਾ ਜਾਂ ਫੈਮਿਲੀ ਮੈਂਬਰ ਸਮਝ ਸਕਦਾ, ਜਾਂ ਜਿਹੜਾ ਫੈਮਿਲੀਅਰ ਫੇਸ ਆ ਉਹਨੂੰ ਨਵੇਂ ਕੰਟੈਕਸਟ ਦੇ ਵਿੱਚ ਉਹ ਰੈਕੋਗਨਾਈਜ਼ ਹੀ ਨਹੀਂ ਕਰਦਾ। ਸੋ ਇਹਦਾ ਪ੍ਰੈਕਟੀਕਲ ਇੰਪਲੀਕੇਸ਼ਨ ਸਾਡੇ ਰੋਜ਼ ਦੇ ਦਿਨ ਦੇ ਵਿੱਚ ਹੈਗੀ ਆ
ਤੇ ਇਹਦੇ ਉੱਤੇ ਹੁਣ ਅੱਗੇ ਵੀ ਖੋਜ ਹੋਊਗੀ। ਪਰ ਜਿਹੜੀ ਹੁਣ ਗੱਲਬਾਤ ਸਾਹਮਣੇ ਆਈ ਹੈ ਕਿ ਜਿੰਨੇ ਲੋਕਾਂ ਨੂੰ ਇਹ ਮੰਨੀ ਜਾਂਦੀ ਸੀ, ਹਾਵਰਡ ਯੂਨੀਵਰਸਿਟੀ ਦੇ ਜਿਹੜੇ ਰਿਜ਼ਲਟ ਆ ਉਹਨਾਂ ਨੇ ਦੱਸਿਆ ਕਿ ਇਹ ਉਹਦੇ ਤੋਂ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਹੈਗੀ ਹੈ। ਇਹਦੇ ਟੈਸਟ ਹੁੰਦੇ ਆ, ਆਨਲਾਈਨ ਵੀ ਟੈਸਟ ਇਹਦੇ ਕੁਛ ਹੈਗੇ ਆ, ਫੇਸ ਬਲਾਈਂਡਨੈਸ ਇਹਦੇ ਲੈਵਲ ਨੇ ਕਈ, ਉਹ ਲੈਵਲਸ ਜਿਹੜੇ ਆ ਉਹ ਵੀ ਫਿਰ ਇਹਦੇ ਵਿੱਚੋਂ ਆਇਡੈਂਟੀਫਾਈ ਕੀਤੇ ਜਾਂਦੇ ਕਿ ਇਹ ਵਿਅਕਤੀ ਨੂੰ ਇਹ ਲੈਵਲ ਕਿਹੜਾ ਆ। ਕਾਫੀ ਗਿਣਤੀ ਇਹਦੀ ਜਿਹੜੀ ਦੱਸੀ ਜਾ ਰਹੀ ਹੈ ਇਸ ਬਿਮਾਰੀ ਦੀ, ਤੇ ਹੁਣ ਇਹਦੇ ਬਾਰੇ ਹੋਰ ਸਰਚ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਇਹਦਾ ਹੱਲ ਵੀ ਸਾਹਮਣੇ ਆ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2 ਵੱਡੀਆਂ ਹੈਲਥ ਅਥਾਰਟੀਜ਼ ਨੇ ਜਿਹੜੀਆਂ ਆਪਣੇ ਸਾਰੇ ਕੰਮਕਾਰ ਨੂੰ ਮਾਡਰਨਾਈਜ਼ ਕਰ ਰਹੀਆਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਹਸਪਤਾਲਾਂ ਦੇ ਵਿੱਚ, ਤੇ ਐਫਰਟ ਬੜੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ, ਪਰ ਇਹਦੇ ਨਾਲ ਸਮੱਸਿਆਵਾਂ ਆ ਰਹੀਆਂ। ਹੁੰਦਾ ਕੀ ਆ ਕਿ ਜਿਹੜੇ ਫਰੰਟ ਲਾਈਨ ਵਰਕਰ ਨੇ ਵੱਖ-ਵੱਖ ਫੈਸਿਲਿਟੀ ਦੇ ਵਿੱਚ ਕੰਮ ਕਰਦੇ, ਉਹਨਾਂ ਨੂੰ ਜਿਹੜਾ ਰੋਲ ਆਊਟ ਪਲਾਨਸ ਨੇ ਜਾਂ ਉਹਨਾਂ ਦੇ ਜਿਹੜਾ ਉਹ ਚੱਲਦਾ ਆ ਉੱਥੇ ਸਾਰਾ ਕੁਛ, ਜਿਹੜਾ ਉਹਨਾਂ ਦਾ ਸਿਸਟਮ ਆ, ਜਿਹੜਾ ਕੰਪਿਊਟਰ ਦਾ ਸੌਫਟਵੇਅਰ ਆ ਜਿਹਦੇ ਤਹਿਤ ਮਰੀਜ਼ਾਂ ਦੀ ਜਾਣਕਾਰੀ ਉਹਦੇ 'ਚ ਭਰੀ ਜਾਂਦੀ ਆ, ਉਹ ਸੌਫਟਵੇਅਰ ਕਹਿੰਦੇ ਕੰਮ ਦਾ ਨਹੀਂ ਆ। ਉਹਨੂੰ ਉਹ ਮਤਲਬ ਉਹਦੇ 'ਚ ਕੋਈ ਨਾ ਕੋਈ ਸਮੱਸਿਆ ਆ ਜਾਂਦੀ, ਔਰ ਕਈ ਵਾਰੀ ਇਹ ਹੁੰਦਾ ਕਿ ਉਹ ਸਾਰੇ ਦਾ ਸਾਰਾ ਰੁਕ ਜਾਂਦਾ। ਹੁਣ ਜਦੋਂ ਕੰਪਿਊਟਰ ਹੀ ਤੁਹਾਡਾ ਖੜਾ ਹੋ ਗਿਆ, ਉਹਦਾ ਸੌਫਟਵੇਅਰ ਹੀ ਖੜਾ ਹੋ ਗਿਆ, ਤੁਹਾਡੇ ਕੋਲ ਹੈ ਹੀ ਕੁਛ ਨਹੀਂ, ਤੇ ਤੁਸੀਂ ਮਰੀਜ਼ ਦਾ ਇਲਾਜ ਕਿੱਦਾਂ ਕਰੋਗੇ। ਸੋ ਇਹ ਇੱਕ ਵੱਡੀ ਸਮੱਸਿਆ ਪਿਛਲੇ ਸਮਾਂ ਦੇ ਵਿੱਚ ਵੀ ਆਈ ਹੈ। ਪਹਿਲਾਂ ਹਿਸਾਬ ਕਿਤਾਬ ਸਾਰਾ ਪੈਨ ਪੇਪਰ ਨਾਲ ਹੁੰਦਾ ਸੀ, ਹਜੇ ਵੀ ਕਈ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਪੈਨ ਪੇਪਰ ਯੂਜ਼ ਕੀਤਾ ਜਾਂਦਾ, ਵੀ ਤੁਹਾਡੇ ਕੋਲ ਫਾਈਲਾਂ ਮਰੀਜ਼ ਦੇ ਹੱਥ ਦੇ ਵਿੱਚ ਹੁੰਦੀਆਂ। ਪਰ ਜਿਹੜਾ ਕੰਪਿਊਟਰਾਈਜ਼ਡ ਹੈਗਾ, ਉਹ ਮਸਲਾ ਉਹਦੇ ਵਿੱਚ ਕੀ ਹੈ, ਕੰਪਿਊਟਰਾਈਜ਼ ਕਰਨਾ ਕੋਈ ਮੁਸ਼ਕਿਲ ਨਹੀਂ, ਉਹ ਬੜੇ ਪੁਰਾਣੇ ਸਮੇਂ ਦਾ ਹੋ ਚੁੱਕਿਆ ਆ। ਪਰ ਇਹਨੂੰ ਜਿਹੜਾ ਸਾਰੇ ਇੱਕ ਪੈਟਰਨ ਦੇ ਉੱਤੇ, ਹੁਣ ਉਹਦੇ ਵਿੱਚ ਸਮੱਸਿਆ। ਵੈਨਕੂਵਰ ਜਮਨ ਹਸਪੀਟਲ ਦੇ ਜਿਹੜੇ ਟ੍ਰਾਂਜੀਸ਼ਨ ਨਵੰਬਰ ਦੇ ਵਿੱਚ ਸ਼ੁਰੂ ਕੀਤੀ ਸੀ, ਸੋਰਸਿਸ ਦੱਸਦੇ ਆ ਕਿ ਪ੍ਰੋਬਲਮ ਉਦੋਂ ਦੀ ਆ ਰਹੀ ਹੈ। ਤੇ ਜਦੋਂ ਪਿਛਲੇ ਬੁੱਧਵਾਰ ਹੀ ਇਹ ਵਾਪਰਿਆ ਕਿ ਕੋਈ ਬੰਦਾ ਵੀ ਜਿਹੜਾ CST ਸੈਂਟਰ ਸਿਸਟਮ ਆ ਉਹਨੂੰ ਐਕਸੈਸ ਹੀ ਨਹੀਂ ਸੀ ਕਰ ਸਕਦਾ, ਪਤਾ ਹੀ ਨਹੀਂ ਚੱਲਿਆ ਹੀ ਨਹੀਂ, ਉਹ ਸਾਰਾ ਸਿਸਟਮ ਹੀ ਖੜਾ ਹੋ ਗਿਆ। ਮਤਲਬ ਸਾਰੀ ਜਿਹੜੀ ਪੇਸ਼ੈਂਟ ਇਨਫੋਰਮੇਸ਼ਨ ਸੀਗੀ, ਬੁਕਿੰਗ ਸਿਸਟਮ ਸੀ, ਰਿਕਾਰਡ ਸੀ ਉਹਨਾਂ ਦੇ ਸਾਰੇ, ਕਿਹਨੂੰ ਕੀ ਬਿਮਾਰੀ ਕੀ ਦਵਾਈ, ਉਹ ਸਾਰਾ ਕੁਛ ਜਿਹੜਾ ਉਹਨਾਂ ਦਾ ਚਲੇ ਗਿਆ। ਕੁਛ ਸੀਨੀਅਰ ਸਟਾਫਰ ਉਹਨਾਂ ਦੇ ਦੱਸਦੇ ਆ ਕਿ ਜਿਹੜਾ ਪ੍ਰੋਵਿੰਸ ਦਾ ਸਭ ਤੋਂ ਵੱਡਾ ਹਸਪੀਟਲ ਆ ਉਹ ਇੱਕ ਵਾਰੀ ਪੈਰਾਲਾਈਜ਼ ਹੋ ਗਿਆ, ਖੜਾ ਹੋ ਗਿਆ, ਕੋਈ ਕੁਛ ਵੀ ਨਹੀਂ ਸੀ ਕਰ ਸਕਦਾ। ਵੈਨਕੂਵਰ ਕੋਸਟਲ ਹੈਲਥ ਨੇ ਕਨਫਰਮ ਕੀਤਾ ਵੀ ਇਸ਼ੂ ਸੀਗਾ, ਪਰ ਇਹਨੂੰ ਜਿਹੜਾ ਪ੍ਰੋਬਲਮ ਸੀਗੀ ਸਰਵਰ ਦੀ, ਪਰ ਫਿਰ ਦੱਸਦੇ ਆ ਕਿ ਇਹਨੂੰ ਠੀਕ ਕਰ ਲਿਆ ਗਿਆ ਸੀ, ਬੈਕਅਪ ਹੋ ਗਿਆ ਸੀ, ਤੇ ਮੁੜ ਕੇ ਜਲਦੀ ਜਿਹੜਾ ਇਹ ਸਿਸਟਮ ਆ ਠੀਕ ਠਾਕ ਚੱਲਦਾ ਰਿਹਾ ਆ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਇਹਦਾ ਵੈਨਕੂਵਰ ਕੋਸਟਲ ਹੈਲਥ ਦੀਆਂ ਸਾਈਟਸ ਨੇ ਉਹਨਾਂ ਦੇ ਉੱਤੇ ਇਹਨੂੰ ਠੀਕ ਠਾਕ ਕਰ ਲਿਆ ਗਿਆ। ਪਰ ਹੁਣ ਦੱਸਦੇ ਆ ਕਿ ਇਹ ਬਹੁਤ ਲੰਬੇ, ਉਹਨਾਂ ਨੇ ਇਹ ਇਸ਼ੂ ਜਿਹੜਾ ਹੁਣ ਇੱਕ ਨਿਊਜ਼ ਗਰੁੱਪ ਨੇ ਹੈਲਥ ਮਿਨਿਸਟਰ ਦੇ ਕੋਲ ਵੀ ਚੱਕਿਆ, ਤੇ ਵੀ ਇਹ ਕੀ ਸੇਫ ਆ ਟ੍ਰਾਂਜੀਸ਼ਨ ਦੇ ਦੌਰਾਨ, ਵੀ ਇੱਕ ਸਿਸਟਮ ਨੂੰ ਬਦਲ ਕੇ ਤੁਸੀਂ ਦੂਜੇ 'ਤੇ ਜਾ ਰਹੇ ਆ, ਵੀ ਹੋਰ ਕਿਸੇ ਪੇਸ਼ੈਂਟ ਦੀ ਜਾਣਕਾਰੀ ਇੱਧਰ ਉੱਧਰ ਹੋ ਜਾਵੇ ਤਾਂ ਕੀ ਇਹ ਸੇਫ ਆ। ਉਹ ਕਹਿੰਦੇ ਵੀ ਜਿਹੜੇ ਸਾਡੇ ਹੈਗੇ ਨੇ ਏਡਰੀਅਨ ਡਿਕਸ, ਉਹਨਾਂ ਨੇ ਇਹ ਕਿਹਾ ਵੀ ਇਹ ਪ੍ਰੋਸੈਸ ਆ ਜਿਹੜਾ ਪਹਿਲਾਂ ਲਿਬਰਲ ਸਰਕਾਰ ਹੁੰਦੀ ਸੀ ਉਸ ਵੇਲੇ ਡਿਲੇ ਹੋ ਗਿਆ ਸੀ 6 ਸਾਲ ਦੇ ਲਈ, ਤੇ ਉਹਦੇ 'ਤੇ ਕੰਮ ਨਹੀਂ ਹੋਇਆ, ਇਸ ਕਰਕੇ ਹੁਣ ਅਸੀਂ ਇਹਨੂੰ ਪ੍ਰੋਗਰੈਸ ਕਰ ਰਹੇ ਹਾਂ, ਇਹਨੂੰ ਹੌਲੀ ਹੌਲੀ ਸੈੱਟ ਕਰ ਰਹੇ ਹਾਂ, ਤੇ ਇਹਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸੈੱਟ ਕੀਤਾ ਜਾ ਰਿਹਾ ਤਾਂ ਕਿ ਇਹਨੂੰ ਮਤਲਬ ਮਰੀਜ਼ਾਂ ਦੀ ਜਾਣਕਾਰੀ ਮਿਲ ਸਕੇ। ਹੁਣ 2 ਹੈਲਥ ਅਥਾਰਟੀਜ਼ ਨੇ ਤੇ 2 ਸਿਸਟਮ ਨੇ। ਟੈਕਨੋਲੋਜੀ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਹਸਪਤਾਲਾਂ ਦਾ ਕਈ ਦਹਾਕਿਆਂ ਤੋਂ ਪਾਰਟ ਆ, ਇਹ ਨਹੀਂ ਕਿ ਪਹਿਲਾਂ ਪੈਨ ਨਾਲ ਹੀ ਲਿਖਦੇ ਰਹੇ, ਅੱਜ ਦੀ ਗੱਲ ਨਹੀਂ ਹੈ। ਪਰ ਜਿਹੜੀ ਡਾਕੂਮੈਂਟੇਸ਼ਨ ਸੀਗੀ, ਮਤਲਬ ਭਾਵੇਂ ਕਿਸੇ ਦੀ ਸਰਜਰੀ ਬੁੱਕ ਕਰਨੀ ਹੈ, ਚਾਹੇ ਉਹਨੂੰ ਪੇਨ ਮੈਡੀਕੇਸ਼ਨ ਆਰਡਰ ਕਰਨੀ ਹੈ, ਇਹ ਪੇਪਰ ਫਾਰਮ ਦੇ ਵਿੱਚ, ਜਾਂ ਕਿੰਨੇ ਸੌਫਟਵੇਅਰ ਸਿਸਟਮ ਯੂਜ਼ ਕੀਤੇ ਜਾਂਦੇ ਸੀ ਇਹਨਾਂ ਹੈਲਥ ਅਥਾਰਟੀਜ਼ ਦੇ ਵਿੱਚ। 2010 ਦੇ ਨੇੜੇ ਤੇੜੇ ਇੱਕ ਫੈਸਲਾ ਕੀਤਾ ਗਿਆ ਕਿ ਜਿਹੜਾ ਸਿਸਟਮ ਹੈ ਇਹਨੂੰ ਮਾਡਰਨਾਈਜ਼ ਕਰੋ। ਵੈਨਕੂਵਰ ਕੋਸਟਲ ਹੈਲਥ ਨੇ ਕਿਹਾ ਵੀ ਅਸੀਂ ਨਵੇਂ ਸੌਫਟਵੇਅਰ ਜਿਹੜਾ ਸਰਨਰ ਦੇ ਨਾਲ ਆ ਉਹਦੇ ਨਾਲ ਅਸੀਂ ਕੰਟੀਨਿਊ ਕਰਾਂਗੇ, ਜਦੋਂ ਕਿ ਫਰੇਜ਼ਰ ਹੈਲਥ ਵਾਲਿਆਂ ਨੇ ਡਿਸਾਈਡ ਕੀਤਾ ਕਿ ਅਸੀਂ ਇੱਕ ਡਿਫਰੈਂਟ ਪ੍ਰੋਵਾਈਡਰ, ਮੈਡੀਟੈਕ ਉਹਨੂੰ ਕਹਿੰਦੇ ਆ, ਉਹਦੇ ਨਾਲ ਰਵਾਂਗੇ, ਉਹਦਾ ਇੱਕ ਅਪਡੇਟਡ ਪ੍ਰੋਡਕਟ ਆ। ਹੁਣ ਜਿਹੜਾ ਈਗਲ ਰਿਜ ਹਸਪੀਟਲ ਆ, ਇਹ ਪਹਿਲਾ ਸੀਗਾ ਅਕਿਊਟ ਕੇਅਰ ਫੈਸਿਲਿਟੀ ਇਸ ਹੈਲਥ ਅਥਾਰਟੀ ਦੇ ਵਿੱਚ, ਜਿਹਨੇ ਅਗਲੇ ਮਹੀਨੇ ਨੂੰ ਸਵਿਚ ਕੀਤਾ। ਹੁਣ ਇਹ ਸਾਰੇ ਕੁਛ ਦੇ ਵਿੱਚ ਕਿ 2 ਵੱਡੀਆਂ ਹੈਲਥ ਅਥਾਰਟੀਜ਼ ਨੇ, ਇੱਕ ਸਿਸਟਮ ਦੇ ਉੱਤੇ ਆ, ਦੂਜੇ ਸਿਸਟਮ ਦੇ ਉੱਤੇ ਆ। ਇਹਨਾਂ ਦੋਵਾਂ ਨੂੰ ਇਕੱਠੇ ਕਰਨ ਦੇ ਵਿੱਚ ਜਿਹੜੀ ਟ੍ਰਾਂਜੀਸ਼ਨ ਆ ਉਹਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਦਿੱਕਤ ਆ ਰਹੀ ਆ। ਕਈ ਵਾਰੀ ਇਹ ਸਾਰਾ ਕੁਛ ਰੁਕ ਜਾਂਦਾ,
ਖੜਾ ਹੋ ਜਾਂਦਾ ਇਸ ਇਸ਼ੂ ਦੇ ਵਿੱਚ, ਕਿਹੜਾ ਸੌਫਟਵੇਅਰ ਚੂਜ਼ ਕਰਨਾ ਤੇ ਕਿੱਦਾਂ ਜਾਣਾ ਆ। ਇਹ ਇੱਕ ਵੱਡੀ ਸਮੱਸਿਆ ਪਿਛਲੇ ਦਿਨਾਂ ਦੇ ਵਿੱਚ ਵੈਨਕੂਵਰ ਜਨਰਲ ਹਸਪੀਟਲ ਦੇ ਵਿੱਚ ਆਈ ਹੈ, ਪਰ ਦੱਸਿਆ ਜਾ ਰਿਹਾ ਕਿ ਇਹਨੂੰ ਹੌਲੀ ਹੌਲੀ ਜਿਹੜਾ ਠੀਕ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸਮੱਸਿਆ ਆ ਇਹ ਹੱਲ ਹੋ ਜੂਗੀ, ਕਿਉਂਕਿ ਸਿਸਟਮ ਸਾਰੇ ਦਾ ਸਾਰਾ ਹੀ ਮਾਡਰਨਾਈਜ਼, ਉਹਦਾ ਆਧੁਨਿਕੀਕਰਨ ਕਰ ਦਿੱਤਾ ਜਾਣਾ। ਅਗਲੀ ਗੱਲਬਾਤ, BC ਦੇ ਵਿੱਚ ਜਿਹੜੇ ਪਰਿਵਾਰ ਲਗਾਤਾਰ ਭੋਜਨ ਦੀਆਂ ਕੀਮਤਾਂ ਦੇ ਨਾਲ ਜੂਝ ਰਹੇ ਆ, ਉਹਨਾਂ ਦੇ ਲਈ ਇੱਕ ਨਵੀਂ ਐਪ ਆ। ਜਿਹੜੇ ਸਟਰਗਲ ਕਰ ਰਹੇ ਲੋਕ ਆ ਕਿ ਉਹਨਾਂ ਨੂੰ ਘੱਟੋ ਘੱਟ ਆਰਗੇਨਾਈਜੇਸ਼ਨ ਤੇ ਪਹੁੰਚ ਸਕਣ, ਤੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਉਹਨਾਂ ਦੇ ਉੱਤੇ ਪਹੁੰਚ ਕੇ ਉਹਨਾਂ ਦੀ ਮਦਦ ਕਰ ਸਕਣ। ਫੂਡ ਲਿੰਕ ਇੱਕ ਐਪ ਫੂਡ ਲਿੰਕ ਡਿਵੈਲਪ ਕੀਤੀ ਆ, ਪਹਿਲਾਂ ਚੱਲੀ ਆਉਂਦੀ ਆ। ਇਹ ਜਿਹੜੀ ਕਨੈਕਟ ਕਰਦੀ ਆ ਜਿਹੜੇ ਫੂਡ ਸਪਲਾਇਰ ਆ ਤੇ ਨਾਨ ਪ੍ਰੋਫਿਟ ਆਰਗੇਨਾਈਜ਼ਰਸ ਨੂੰ, ਤੇ ਜਿਹੜੀਆਂ ਫੂਡ ਡਿਲੀਵਰ ਕਰਨਾ ਜਿਹੜੇ ਪਰਿਵਾਰ ਲੋੜਵੰਦ ਨੇ ਉਹਨਾਂ ਨੂੰ। ਫੂਡ ਲਿੰਕ ਬਹੁਤ ਵਧੀਆ ਕੰਮ ਕਰ ਰਿਹਾ। ਐਪ ਦੇ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਆ। ਇਹਨਾਂ ਕਮਿਊਨਿਟੀਜ਼ ਦੇ ਵਿੱਚ ਜਿਹੜਾ ਅਵੇਲੇਬਲ ਫੂਡ ਹੁੰਦਾ ਐਗਜ਼ੈਕਟਲੀ ਉਸ ਬੰਦੇ ਤੱਕ ਪਹੁੰਚਣਾ ਜਿੱਥੇ ਇਹਦੀ ਲੋੜ ਆ। BC ਕਮਿਊਨਿਟੀ ਫੂਡ ਮੈਨੇਜਰ ਜਿਹੜੇ ਆ ਉਹ ਇਹਦੀ ਜਾਣਕਾਰੀ ਦਿੰਦੇ ਆ, ਤੇ ਉਹ ਕਹਿੰਦੇ ਵੀ ਸਾਡੇ ਕੋਲ ਗੈਪ ਬਹੁਤ ਵੱਡਾ ਹੈ ਕਮਿਊਨਿਟੀ ਦੇ ਵਿੱਚ ਕਿ ਸਾਨੂੰ ਐਗਜ਼ੈਕਟਲੀ ਚਾਹੀਦਾ ਕਿੱਥੇ ਆ, ਸਾਨੂੰ ਉਸ ਗੱਲ ਦਾ ਪਤਾ ਨਹੀਂ ਲੱਗਦਾ ਇਹਨਾਂ ਕਮਿਊਨਿਟੀਜ਼ ਦੇ ਵਿੱਚ। ਤੇ ਉਹ ਮਦਦ ਜਿਹੜੀ ਆ ਫਿਰ ਇਹ ਐਪ ਕਰ ਰਹੀ ਆ, ਤੇ ਇਹਦੇ ਨਾਲ ਜਿਹੜੀਆਂ ਕੁਝ ਪਰਿਵਾਰ ਆ ਲੋੜਵੰਦ ਉਹ ਆਉਂਦੇ ਆ ਭੋਜਨ ਦੇ ਲਈ, ਤੇ 14% ਪਰਿਵਾਰ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਇਨਸਿਕਿਉਰ ਨੇ ਫੂਡ ਤੋਂ। ਮਤਲਬ 14% ਨੂੰ ਜਿਹੜਾ ਨਹੀਂ ਆ ਕਿ ਸਾਨੂੰ ਫੂਡ ਜਿਹੜਾ ਮਿਲੂਗਾ। ਰੂਰਲ ਤੇ ਰਿਮੋਟ ਏਰੀਆਜ਼ ਦੇ ਵਿੱਚ ਜ਼ਿਆਦਾ ਨੇ, ਮਤਲਬ ਉੱਥੇ 40% ਤੱਕ ਹੋ ਸਕਦਾ। ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਹੈਰਾਨੀ ਵਾਲੀ ਆ। 14% ਪਰਿਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੂਡ ਇਨਸਿਕਿਉਰ ਨੇ, ਜਿਨ੍ਹਾਂ ਨੂੰ ਇਹ ਨਹੀਂ ਭਰੋਸਾ ਵੀ ਹੁਣ ਰੋਟੀ ਮਿਲ ਗਈ ਹੈ ਜਾਂ ਜਿਹੜਾ ਵੀ ਉਹ ਖਾਣਾ ਖਾਂਦੇ ਵੀ ਦੂਜੇ ਵੇਲੇ ਮਿਲੂਗੀ ਜਾਂ ਨਹੀਂ ਮਿਲੂਗੀ। ਜ਼ਿਆਦਾ ਗਿਣਤੀ ਜਿਹੜੀ ਰੂਰਲ ਤੇ ਰਿਮੋਟ ਏਰੀਆ ਦੇ ਵਿੱਚ 40% ਤੱਕ ਚਲੇ ਜਾਂਦੀ ਹੈ। ਕਾਰਨ ਕੀ ਆ? ਫੂਡ ਦੀਆਂ ਕੀਮਤਾਂ ਵੱਧ ਗਈਆਂ, ਉਹਨਾਂ ਨੇ ਕੱਟ ਡਾਊਨ ਕਰ ਲਿਆ। ਪਰ ਇਹਨਾਂ ਹੁਣ ਜਿਹੜੀਆਂ ਇਹ ਸਪਲਾਈ ਕਰਦੇ ਆ ਜਾਂ ਫੂਡ ਬੈਂਕਾਂ ਆ, ਇਹਨਾਂ ਕੋਲ ਫੂਡ ਹੈਗਾ ਆ। ਹੁਣ ਉਹਨੂੰ ਕੋਆਰਡੀਨੇਟ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਆ। ਇਹ ਜਿਹੜੀ ਸਰਵਿਸ ਇਸ ਵੇਲੇ ਸਰੀ ਦੇ ਵਿੱਚ ਆ, ਅਪਰ ਫਰੇਜ਼ਰ ਵੈਲੀ ਦੇ ਵਿੱਚ ਆ, ਨਾਰਥ ਓਕਨਾਗਨ ਦੇ ਵਿੱਚ ਆ, ਤੇ ਇਹਨਾਂ ਸਾਰਿਆਂ ਨੂੰ ਜੋੜ ਕੇ ਕਿਸੇ ਨਾ ਕਿਸੇ ਤਰ੍ਹਾਂ ਕਹਿੰਦੇ ਆ ਕਿ ਇਹਨੂੰ ਜਿਹੜਾ BC ਵਾਈਡ 2025 ਦੇ ਵਿੱਚ ਅਸੀਂ ਚਲਾਵਾਂਗੇ। ਤੇ ਕੋਸਟ ਫੂਡ ਦੀ ਤੁਹਾਨੂੰ ਪਤਾ ਕਿ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀ ਵੀ ਹਜੇ ਲਗਾਤਾਰ ਉੱਪਰ ਜਾਣੀ ਆ, ਤੇ ਜਿੱਦਾਂ ਜਿੱਦਾਂ ਕੀਮਤਾਂ ਉੱਪਰ ਜਾਂਦੀਆਂ ਆ ਉਸ ਤਰ੍ਹਾਂ ਜਿਹੜਾ ਆ ਇਹਨੂੰ ਜਿਹੜਾ ਸੰਕਟ ਆ ਲੋਕਾਂ ਦਾ ਹੋਰ ਡੂੰਘਾ ਹੁੰਦਾ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਖਬਰ ਬਹੁਤ ਚਰਚਾ ਦੇ ਵਿੱਚ ਆਈ ਸੀ ਕਿ ਕੰਜ਼ਰਵੇਟਿਵ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਜਾਂ ਇਹਨਾਂ ਦੇ MP ਸੀਗੇ ਕੰਜ਼ਰਵੇਟਿਵ ਪਾਰਟੀ ਦੇ, ਇਹ ਜਰਮਨ ਦੀ ਇੱਕ ਫਾਰ ਰਾਈਟ ਜਿਹੜੀ ਪੋਲੀਟੀਸ਼ੀਅਨ ਸੀਗੀ ਉਹਦੇ ਨਾਲ ਇਹਨਾਂ ਨੇ ਫਾਰ ਰਾਈਟ ਪਾਰਟੀ ਦੀ ਇੱਕ ਜਿਹੜੀ ਮੈਂਬਰ ਸੀਗੀ ਉਹ ਇੱਥੇ ਆਈ ਸੀ, ਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਫਿਰ ਗੱਲਬਾਤ ਚੱਲਦੀ ਸੀ ਵੀ ਕੀ ਹੁਣ ਇਹਨਾਂ ਨੂੰ ਕੱਢ ਦਿੱਤਾ ਜਾਊਗਾ, ਤੇ ਇਹਨਾਂ ਦਾ ਐਕਸ਼ਨ ਕੀ ਲਿਆ ਜਾਊਗਾ। ਕੱਲ੍ਹ ਓਟਵਾ ਦੇ ਵਿੱਚ ਪੀਅਰ ਪੋਲੀਏਵ ਨੇ ਦੱਸਿਆ ਕਿ ਇਸ ਕੁਐਸਚਨ ਦੇ ਉੱਤੇ ਕਿ ਜਿਹੜਾ ontario ਦੇ MP ਸੀਗੇ ਲੇਸਨ ਲੂਇਸ, ਡੀਨ ਐਲੀਸਨ ਤੇ ਕੋਲਨ ਕੈਰੀਅਰ ਤੇ ਕ੍ਰਿਸਟੀਨ ਐਂਡਰਸਨ ਜਿਹੜੀ ਉੱਥੇ ਜਰਮਨ ਤੋਂ ਆਈ ਸੀ, ਇਹਨਾਂ ਨੇ ਜਿਹੜਾ ਮਿਲੇ ਸੀਗੇ ਇਸ ਮਾਮਲੇ ਦੇ ਉੱਤੇ। ਹੁਣ ਫੈਸਲਾ ਆਇਆ ਵੀ ਕੰਜ਼ਰਵੇਟਿਵ ਪਾਰਟੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਨਹੀਂ ਕੱਢ ਰਹੀ। ਇਹ ਕ੍ਰਿਸਟੀਨ ਐਂਡਰਸਨ ਕੈਨੇਡਾ ਦੇ ਵਿੱਚ ਆਈ ਸੀ, ਉਹਦਾ ਇੱਕ ਟੂਰ ਸੀਗਾ ਜਿਹੜਾ ਪਿਛਲੇ ਸਾਲ ਫਰੀडम ਕਨਵਾਏ ਦੇ ਸਪੋਰਟਰ ਸੀਗੇ ਪਾਰਲੀਮੈਂਟ ਹਿੱਲ ਦੇ ਉੱਤੇ, ਉਹਨਾਂ ਨੇ ਕੀਤਾ ਸੀ ਡਾਊਨਟਾਊਨ ਓਟਵਾ ਦੇ ਵਿੱਚ। ਯੂਰਪੀਅਨ ਪਾਰਲੀਮੈਂਟ ਦੀ ਇਹ ਮੈਂਬਰ ਆ ਤੇ ਜਰਮਨ ਦੀ ਪਾਰਟੀ ਦੀ ਇੱਕ ਹੈਗੀ ਆ, ਤੇ ਇਹ ਬਹੁਤ ਐਕਸਟ੍ਰੀਮਿਸਟ ਗਰੁੱਪ ਆ, ਸੱਜੇ ਪੱਖੀ ਸਿਰੇ ਦੇ ਜਿਹੜੇ ਹੁੰਦੇ ਆ ਕੱਟੜ, ਉਹਨਾਂ ਦੇ ਨਾਲ ਇਹਦਾ ਸੰਬੰਧ ਆ। ਤੇ ਇਹਨੇ ਮਤਲਬ ਜਦੋਂ ਆਪਣੇ ਪ੍ਰਾਈਮ ਮਿਨਿਸਟਰ ਵੀ ਉੱਥੇ ਗਏ ਸੀ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਨਾਅਰੇ ਲਾਏ ਸੀ ਤੇ ਬਹੁਤ ਕੁਝ ਕਿਹਾ ਸੀ ਵੀ ਤੁਸੀਂ ਡੈਮੋਕ੍ਰੇਸੀ ਦੇ ਉੱਤੇ ਧੱਬਾ ਆ, ਤੁਹਾਨੂੰ ਕੁਝ ਕਰਨਾ ਚਾਹੀਦਾ। ਇਸ ਮਾਮਲੇ ਦੇ ਉੱਤੇ ਇਹ ਜਿਹੜੀ ਸੋਚ ਆ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਹੁੰਦੀ ਆ, ਜਿਹੜੇ ਰਾਈਟ ਤੋਂ ਲੈ ਕੇ ਲੈਫਟ ਤੱਕ ਤੇ ਕੁਝ ਸੈਂਟਰ ਵਾਲੇ ਹੁੰਦੇ ਆ। ਜਿਹੜੇ ਰਾਈਟ ਵਿੰਗ ਵਾਲੇ ਹੁੰਦੇ ਆ ਇਹਨਾਂ ਦੇ ਵਿੱਚ ਨੈਸ਼ਨਲਿਜ਼ਮ ਜਾਂ ਆਪਣੀ ਰੇਸ ਨੂੰ ਸੁਪੀਰੀਅਰ ਕਹਿਣਾ, ਦੂਜਿਆਂ ਨੂੰ ਥੱਲੇ ਕਹਿਣਾ, ਇਸ ਤਰ੍ਹਾਂ ਦੀਆਂ ਇਹਨਾਂ ਦੇ ਵਿੱਚ ਕੁਝ ਨਾ ਕੁਝ ਹੁੰਦੀ। ਜਿਵੇਂ ਆਪਾਂ ਅਮਰੀਕਾ ਦੇ ਵਿੱਚ ਇਹਨਾਂ ਰਿਪਬਲਿਕਨਸ ਨੂੰ ਕਹਿ ਦਿੰਦੇ ਨੇ ਕਿ ਰਾਈਟ ਵਿੰਗ ਵਾਲੇ ਆ ਜਿਹੜੇ ਡੋਨਲਡ ਟਰੰਪ ਦੀ ਪਾਰਟੀ ਆ, ਇੱਥੇ ਕੰਜ਼ਰਵੇਟਿਵ ਨੂੰ ਰਾਈਟ ਵਿੰਗ ਕਹਿ ਦਿੱਤਾ ਜਾਂਦਾ, ਸੱਜੇ ਪੱਖੀ ਆ। ਇੱਦਾਂ ਵੱਖ-ਵੱਖ ਥਾਵਾਂ ਦੇ ਉੱਤੇ ਜਰਮਨੀ ਦੇ ਵਿੱਚ ਇਹ ਜਿਹੜੀ ਬੀਬੀ ਆ ਇਹ ਸੱਜੇ ਪੱਖੀ ਬਹੁਤ ਵੱਡੀ ਉਹਨਾਂ ਦੀ ਐਡਵੋਕੇਸੀ ਕਰਦੀ ਆ।
ਤੇ ਇਹ ਇੱਥੇ ਆ ਕੇ ਜਦੋਂ ਹੁਣ ਇਹਨਾਂ ਨੂੰ ਮਿਲੀ ਸੀ, ਉਹ ਜਿਹੜੀ ਸਿੱਧਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨੂੰ ਇੱਕ ਤਰ੍ਹਾਂ ਇਨਸਲਟ ਕਰਦੀ ਆ। ਇੱਥੇ ਜਿਹੜੇ ਲੋਕ ਪਾਰਲੀਮੈਂਟ ਦਾ ਘਰਾਓ ਕਰਦੇ ਆ ਉਹਨਾਂ ਦੇ ਹੱਕ ਦੇ ਵਿੱਚ ਉਹ ਇਹਦਾ ਟ੍ਰਿਪ ਆਰਗੇਨਾਈਜ਼ ਕਰ ਰਹੇ ਆ, ਤੇ ਕੰਜ਼ਰਵੇਟਿਵ ਪਾਰਟੀ ਦੇ 3 ਮੈਂਬਰ ਪਾਰਲੀਮੈਂਟ ਜਿਹੜੇ ਆ ਉਹਦੇ ਨਾਲ ਮੁਲਾਕਾਤ ਕਰ ਰਿਹਾ, ਤੇ ਫਿਰ ਐਕਸ਼ਨ ਦੀ ਗੱਲਬਾਤ ਇਹਦੇ ਉੱਤੇ ਹੋਣੀ ਸੀ। ਪਰ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਉੱਤੇ ਜਿਹੜਾ ਉਸ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਜਾ ਰਿਹਾ, ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਇਹਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਪਹਿਲਾਂ ਚਰਚਾ ਆ ਉਹ ਹੋਈ ਸੀ, ਤੇ ਇਹ ਜਿਹੜਾ ਇਹਦੇ ਬਾਰੇ ਕਾਫੀ ਜ਼ਿਆਦਾ ਜਿਹੜੀ ਸ਼ੱਕ ਵੀ ਪਹਿਲਾਂ ਕੀਤੀ ਜਾ ਰਹੀ ਸੀ ਕਿ ਕੋਈ ਵੱਡਾ ਐਕਸ਼ਨ ਇਹਨਾਂ ਦੇ ਉੱਤੇ ਲਿਆ ਜਾਊਗਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।